ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਔਰ ਧੰਨਵਾਦ ਤੁਹਾਡੀ ਫੀਡਬੈਕ ਦਾ। ਤੁਸੀਂ CWC ਦੇ ਜਿੰਨੇ ਵੀ ਪ੍ਰੋਗਰਾਮ ਪਿੱਛੇ 5-7 ਅਸੀਂ ਟੈਲੀਕਾਸਟ ਕੀਤੇ ਵੱਖ-ਵੱਖ ਪਾਲਿਸੀਜ਼ ਨੂੰ ਲੈ ਕੇ, ਚਾਹੇ ਪ੍ਰਿੰਸ ਐਡਵਰਡ ਆਈਲੈਂਡ ਸੀ, ਨੈਨੀ ਕੇਅਰ ਦਾ ਪ੍ਰੋਗਰਾਮ ਸੀਗਾ, ਜਾਂ ਬ੍ਰਿਟਿਸ਼ ਕੋਲੰਬੀਆ ਦੀ PR ਸੀਗੀ, ਕਿਸਾਨਾਂ ਦੀ PR ਸੀਗੀ, ਸਪੋਰਟਸਮੈਨ ਜਾਂ ਮਿਊਜ਼ੀਸ਼ੀਅਨਸ, ਸਾਜਿੰਦੇ, ਆਰਟਿਸਟ, ਸਾਰੇ ਪ੍ਰੋਗਰਾਮ ਅਸੀਂ ਲਗਭਗ ਜਿਹੜੇ ਕਵਰ ਕਰ ਚੁੱਕੇ ਹਾਂ। ਪਰ ਬਹੁਤ ਸਾਰੇ ਸਵਾਲ ਇਹ ਆਏ ਨੇ ਕਿ ਇੱਕ ਟੌਪਿਕ ਦੇ ਉੱਪਰ ਜਿਹੜਾ ਸਪੈਸੀਫਿਕ ਪ੍ਰੋਗਰਾਮ ਹੈ ਉਹ ਐਕਸਪਲੇਨ ਕੀਤਾ ਜਾਵੇ। ਸਾਡੀ ਕੋਸ਼ਿਸ਼ ਰਹੂਗੀ ਕਿ 1-2 ਦਿਨਾਂ ਬਾਅਦ, 4 ਦਿਨਾਂ ਬਾਅਦ ਜਦੋਂ ਵੀ ਅਸੀਂ ਮੀਟਿੰਗ ਕਰਨੀ ਹੈ ਤਾਂ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਰ ਪ੍ਰੋਗਰਾਮ ਦੇ ਇੱਕ ਵੱਖਰਾ ਜਿਹੜਾ ਪ੍ਰੋਗਰਾਮ ਹੈ ਉਹ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ। ਅੱਜ ਵੀ ਸਾਡੇ ਕੋਲ ਤਕਰੀਬਨ ਬਹੁਤ ਕਿਸਾਨ ਭਰਾਵਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼ ਤੋਂ ਇਹ ਭੇਜਿਆ ਹੈ ਕਿ ਸਾਡੇ ਲਈ ਕੀ ਆਪਸ਼ਨ ਹੈ। ਅਸੀਂ ਨੈਨੀ ਦੀ ਗੱਲ ਕੀਤੀ ਕਿ ਸਾਡੇ ਲਈ ਪ੍ਰਿੰਸ ਐਡਵਰਡ ਆਈਲੈਂਡ ਤੋਂ ਇਲਾਵਾ ਤੁਸੀਂ ਕੋਈ ਗੱਲ ਨਹੀਂ ਕੀਤੀ ਕਿ ਜੇ ਸਾਡੇ ਕੋਲ ਇਨਵੈਸਟਮੈਂਟ ਦਾ ਪ੍ਰੋਗਰਾਮ ਨੇ, ਕੀ ਅਸੀਂ ਹੋਰ ਤਰੀਕੇ ਨਾਲ ਵੀ ਕੈਨੇਡਾ ਦੇ ਵਿੱਚ ਜਾ ਸਕਦੇ ਹਾਂ। 2 ਸਵਾਲ ਹੀ ਅੱਜ ਦਾ ਪ੍ਰੋਗਰਾਮ ਕਵਰ ਕਰ ਲੈਣਗੇ। ਪਰ ਉਸ ਤੋਂ ਪਹਿਲਾਂ ਨੈਨੀ ਦੇ ਕੁਝ ਕੁਐਸਚਨਸ ਆਏ ਨੇ, ਉਹ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। CWC ਤੋਂ ਕਮਲਪ੍ਰੀਤ ਖਹਿਰਾ ਜੀ ਮੇਰੇ ਨਾਲ ਇਸ ਮੰਚ ਤੇ ਮੌਜੂਦ ਨੇ। ਬਹੁਤ ਬਹੁਤ ਸਵਾਗਤ ਬਾਈ ਜੀ। ਥੈਂਕ ਯੂ ਸੰਧੂ ਸਾਹਿਬ। ਸ਼ੁਰੂਆਤ ਕਰੂੰਗਾ ਜੀ ਮੈਂ ਖਹਿਰਾ ਸਾਹਿਬ ਕਿ ਨੈਨੀ ਨੂੰ ਲੈ ਕੇ ਰਿਸਪੌਂਸ ਤਾਂ ਹੋਊਗਾ ਨੋ ਡਾਊਟ ਕਿ ਬਹੁਤ ਚਿਰਾਂ ਬਾਅਦ ਇਹ ਪ੍ਰੋਡਕਟ ਜਿਹੜਾ ਹੈਗਾ ਲਾਂਚ ਕੀਤਾ ਜਾ ਰਿਹਾ ਹੈ, ਪਰ ਇਹਦੇ ਵਿੱਚ ਕੁਝ ਕੁਐਸਚਨ ਆਏ ਕੈਂਡੀਡੇਟਸ ਦੇ। ਬਿਲਕੁਲ ਸੰਧੂ ਸਾਹਿਬ, ਜਿਹੜੇ ਸਾਨੂੰ ਕੁਐਰੀਜ਼ ਆਈਆਂ ਨੇ, ਖਾਸ ਕਰਕੇ ਬਹੁਤ ਸਾਰੇ ਜਿਹੜੇ ਐਪਲੀਕੈਂਟ ਨੇ ਉਹ ਸਾਨੂੰ ਇਸ ਡਿਵੈਲਪਮੈਂਟ ਦੇ ਉੱਪਰ, ਇਸ ਪ੍ਰੋਗਰਾਮ ਦੇ ਉੱਪਰ, ਇਸ ਗੱਲ ਦੇ ਉੱਪਰ ਜ਼ਿਆਦਾ ਐਮਫਸਾਈਜ਼ ਕਰ ਰਹੇ ਸੀ ਕਿ ਜਿਹੜਾ ਕਿਉਂਕਿ ਇਸ ਪਾਰਟ ਦੇ ਵਿੱਚ ਸਪਾਂਸਰ ਇਨਵੋਲਵਡ ਹੁੰਦਾ ਹੈ, ਜਿਹੜਾ ਇੱਕ ਧਿਰ ਹੈ, ਜਿਹੜਾ ਇਹ ਸਪਾਂਸਰ ਹੈ ਇਹ ਕੈਨੇਡਾ ਦੇ ਅੰਦਰ ਰਿਜ਼ਾਈਡ ਕਰਦਾ, ਜੋ ਕੈਨੇਡੀਅਨ ਸਿਟੀਜ਼ਨ ਹੈ ਜਾਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੈ, ਜਿਸ ਦੇ ਬੱਚੇ ਨੇ ਜਾਂ ਓਲਡ ਏਜ ਪੇਰੈਂਟਸ ਨੇ ਜਾਂ ਡਿਸੇਬਲਡ ਫੈਮਿਲੀ ਮੈਂਬਰਸ ਨੇ। ਸੋ ਬਹੁਤ ਸਾਰੇ ਸਾਡੇ ਕੋਲ ਐਪਲੀਕੈਂਟ ਇਹ ਜ਼ਿਕਰ ਕਰਦੇ ਸੀ ਕਿ ਉਹਨਾਂ ਨੂੰ ਐਜ਼ ਸੱਚ ਇਹ ਸਪਾਂਸਰ ਲੱਭਣਾ ਬਹੁਤ ਡਿਫਿਕਲਟ ਹੈ ਜੀ, ਕੀ ਕੋਈ ਕੰਪਨੀ ਇਹ ਸਹਾਇਤਾ ਕਰ ਸਕਦੀ ਹੈ ਲੱਭਣ ਦੇ ਲਈ ਜਿਹੜੇ ਸਪਾਂਸਰਸ ਨੇ। ਸੋ ਮੈਂ ਜਿੱਦਾਂ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕਰਿਆ ਸੀ ਸੰਧੂ ਸਾਹਿਬ, ਇਹ ਜਿਹੜੇ ਸਪਾਂਸਰਸ ਨੇ ਇਸ ਨੂੰ ਜੇ ਕਿਸੇ ਨੇ ਰਿਸਰਚ ਕਰਨਾ ਹੋਵੇ ਤਾਂ ਐਜ਼ ਸੱਚ ਅਸੀਂ ਕੋਈ ਕਿਸੇ ਕਿਸਮ ਦੀ ਮਦਦ ਨਹੀਂ ਕਰਦੇ ਕਿ ਸਪਾਂਸਰ ਉਹਨਾਂ ਨੂੰ ਲੱਭ ਕੇ ਲੈ ਕੇ ਆਈਏ, ਬਿਕਾਜ਼ ਅਸੀਂ ਇਮੀਗ੍ਰੇਸ਼ਨ ਲਾਅ ਕੰਪਨੀ ਹੈਗੇ ਆ ਜਿਹਦੇ ਵਿੱਚ ਅਸੀਂ ਇਮੀਗ੍ਰੇਸ਼ਨ ਲਾਅ ਨੂੰ ਪ੍ਰੈਕਟਿਸ ਕਰਦੇ ਹਾਂ, ਕੋਈ ਪਲੇਸਮੈਂਟ ਕੰਪਨੀ ਨਹੀਂ ਹਾਂ ਜਿਹੜੀਆਂ ਜੌਬਸ ਨੇ ਅਸੀਂ ਦਿਵਾਉਂਦੇ ਹਾਂ ਜੀ। ਸੋ ਇਸ ਦੇ ਵਿੱਚ ਮੈਂ ਸਾਰੇ ਹੀ ਦਰਸ਼ਕਾਂ ਨੂੰ ਇਹ ਚੀਜ਼ ਸ਼ੇਅਰ ਕਰਨਾ ਚਾਹਾਂਗਾ ਕਿ ਜੇ ਉਹਨਾਂ ਨੇ ਸਪਾਂਸਰਸ ਲੱਭਣੇ ਹੈ ਤਾਂ ਉਸ ਦੇ 2 ਤਰੀਕੇ ਹੁੰਦੇ ਨੇ। ਪਹਿਲਾ ਤਾਂ ਇਹ ਹੈ ਕਿ ਤੁਸੀਂ ਥੋੜ੍ਹੀ ਜਿਹੀ ਝਾਤ ਮਾਰੋ। ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਐਪਲੀਕੈਂਟਸ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਕੋਈ ਦੋਸਤ ਨੇ ਜਾਂ ਜਾਣਕਾਰ ਨੇ, ਉਹ ਕੈਨੇਡਾ ਦੇ ਅੰਦਰ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਰਿਜ਼ਾਈਡ ਕਰ ਰਹੇ ਹੁੰਦੇ ਨੇ। ਸੋ ਜੇ ਉਹਨਾਂ ਦੇ ਬੱਚੇ ਨੇ ਜਾਂ ਜੇ ਉਹਨਾਂ ਦੇ ਓਲਡ ਏਜ ਫੈਮਿਲੀ ਮੈਂਬਰਸ ਨੇ ਜਾਂ ਉਹਨਾਂ ਦੇ ਡਿਸੇਬਲਡ ਫੈਮਿਲੀ ਮੈਂਬਰਸ ਨੇ ਤਾਂ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਹੁੰਦਾ ਕੀ ਹੈ ਕਿ ਕਈ ਵਾਰੀ ਉਹਨਾਂ ਨੂੰ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਤਾਂ ਕਈ ਵਾਰੀ ਉਸ ਤਰੀਕੇ ਦੇ ਨਾਲ ਜੌਬ ਹੈ ਜਿਹੜੀ ਕੋਈ ਨੈਗੇਟਿਵ ਤਾਂ ਨਹੀਂ ਹੈ ਕਿ ਤੁਸੀਂ ਰਿਸ਼ਤੇਦਾਰ ਕੋਲ ਹੀ ਜਾ ਰਹੇ ਹੋ? ਨਹੀਂ, ਕੋਈ ਨੈਗੇਟਿਵ ਨਹੀਂ ਸੰਧੂ ਸਾਹਿਬ। ਜੌਬ ਜਿਹੜੀ ਹੈ ਉਹ ਜੈਨੂਨ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਜਿਹੜੀ ਸਿਲੈਕਸ਼ਨ ਪ੍ਰੋਸੈਸ ਹੈ ਉਹ ਜੈਨੂਨ ਹੋਣਾ ਚਾਹੀਦਾ ਹੈ। ਨਾ ਫੋਰ ਐਗਜ਼ਾਮਪਲ, ਜੇ ਕੋਈ ਮੈਨੂੰ ਕਾਲ ਕਰਦਾ ਹੈਗਾ, ਕੋਈ ਮੇਰਾ ਦੋਸਤ ਹੈ ਜਾਂ ਰਿਸ਼ਤੇਦਾਰ ਹੈ ਜੋ ਲਿਵ ਇਨ ਕੇਅਰ ਗਿਵਰ ਹੈ, ਤੇ ਮੈਂ ਜਦੋਂ ਉਸ ਨੂੰ ਹਾਇਰ ਕਰਨਾ ਤਾਂ ਉਹਦਾ ਇੱਕ ਹਾਇਰਿੰਗ ਪ੍ਰੋਸੈਸ ਹੈ। ਉਸ ਹਾਇਰਿੰਗ ਪ੍ਰੋਸੈਸ ਦੇ ਅੰਦਰ ਐਪਲੀਕੈਂਟ ਦਾ ਰੈਜ਼ੂਮੇ ਆਉਣਾ, ਪਲੱਸ ਉਹ ਐਡਵਰਟਾਈਜ਼ਮੈਂਟ ਕੈਂਪੇਨ ਹੈ ਜਿਹੜਾ ਉਸ ਇੰਪਲੋਇਰ ਦਾ, ਉਹ ਸਾਰੇ ਕੈਨੇਡਾ ਲਈ ਓਪਨ ਹੋਣਾ, ਤਾਂ ਕਿ ਕੀ ਪਤਾ ਇਹ ਹੋ ਸਕਦਾ ਹੈ ਕਿ ਉਹਨੂੰ ਕੈਨੇਡਾ ਦੇ ਅੰਦਰ ਹੀ ਲੱਭ ਜੇ ਉਹਨੂੰ ਕੈਨੇਡਾ ਦੇ ਅੰਦਰ ਨਹੀਂ ਲੱਭ ਰਿਹਾ ਹੈ ਤਾਂ ਉਹ ਇਸ ਐਪਲੀਕੈਂਟ ਨੂੰ ਸਪਾਂਸਰ ਕਰ ਸਕਦਾ ਹੈ। ਸੋ ਸਿਲੈਕਸ਼ਨ ਪ੍ਰੋਸੈਸ ਹੋਣਾ ਚਾਹੀਦਾ। ਸੋ ਇੱਕ ਤਰੀਕਾ ਤਾਂ ਇਹ ਹੈ ਕਿ ਉਹ ਇਸ ਆਪਣੇ ਝਾਤ ਮਾਰ ਕੇ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਕਾਲ ਕਰਨ ਤੇ ਦੇਖਣ ਕਿ ਕੀ ਉਹਨਾਂ ਨੂੰ ਕੋਈ ਇਸ ਕਿਸਮ ਦੀ ਜੌਬ ਪੋਰਟਲ ਵੀ ਹੈ ਜਿੱਥੇ ਲੱਭੀ ਜਾ ਸਕਦੀ ਹੈ। ਬਿਲਕੁਲ, ਇਹ ਦੂਸਰਾ ਤਰੀਕਾ ਹੈ ਸੰਧੂ ਸਾਹਿਬ। ਸੋ ਇੱਕ ਜੌਬ ਪੋਰਟਲ ਹੈ ਜੀ, ਜਿਹੜਾ ਇਹ ਜੌਬ ਪੋਰਟਲ ਹੈ ਇਹ ਜੌਬ ਬੈਂਕ ਹੈ ਗਵਰਨਮੈਂਟ ਦੀ। ਐਂਡ ਜੌਬ ਬੈਂਕ ਜੇ ਤੁਸੀਂ ਗੂਗਲ ਕਰੋਗੇ ਜੌਬ ਬੈਂਕ ਦੇ ਵਿੱਚ ਜਾ ਕੇ ਕੈਨੇਡਾ ਦੇ ਵਿੱਚ, ਤਾਂ ਤੁਸੀਂ ਗਵਰਨਮੈਂਟ ਦਾ ਜਿਹੜਾ ਇੱਕ ਜੌਬ ਪੋਰਟਲ ਕ੍ਰੀਏਟ ਕਰਿਆ ਗਿਆ ਜਿੱਥੇ ਹਰ ਨੌਕਰੀ ਹੈ, ਜਿਹੜੀ ਹਰ ਕੈਟੇਗਰੀ ਦੀ ਨੌਕਰੀ ਹੈ ਉਹ ਅਵੇਲੇਬਲ ਹੈ। ਸੋ ਜਿਸ ਸ਼ਹਿਰ 'ਚ ਤੁਸੀਂ ਜਾਣਾ ਚਾਹੁੰਦੇ ਹੋ, ਜਿਸ ਕੈਟੇਗਰੀ ਦੀ ਨੌਕਰੀ ਨੂੰ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਜਿੰਨੇ ਵੀ ਇਹ ਸਾਡੇ ਦਰਸ਼ਕ ਅੱਜ ਦੇਖ ਰਹੇ ਨੇ ਤਾਂ ਉਸ ਜੌਬ ਪੋਰਟਲ 'ਤੇ ਜਾ ਕੇ ਆਪਣੇ ਰੈਜ਼ੂਮੇਜ਼ ਨੇ ਜਿਹੜੇ ਉਹ ਜਿੰਨੀਆਂ ਦੀ ਉਹਨਾਂ ਨੂੰ ਜੌਬਸ ਮਿਲਦੀਆਂ ਨੇ ਉਹ 'ਤੇ ਅਪਲੋਡ ਕਰਨ। ਤਾਂ ਬਹੁਤ ਵਾਰੀ ਇਹ ਹੋ ਜਾਂਦਾ ਕਿ ਜੌਬ ਪੋਰਟਲ ਤੋਂ ਹੀ ਉਹਨਾਂ ਨੂੰ ਜਿਹੜੀ ਜੌਬ ਹੈ ਉਹ ਮਿਲ ਜਾਂਦੀ ਹੈ। ਜਿਵੇਂ ਹੀ ਉਹ ਜੌਬ ਪੋਰਟਲ ਤੋਂ ਜੌਬ ਮਿਲਦੀ ਹੈ ਤਾਂ ਸਪਾਂਸਰ ਉਹਨਾਂ ਨੂੰ ਮਿਲ ਜਾਂਦਾ ਤਾਂ ਸਾਨੂੰ ਕਾਲ ਕਰ ਸਕਦੇ ਆ। ਤਾਂ ਇਸ ਤਰੀਕੇ ਨਾਲ ਉਹਨਾਂ ਲਈ ਇਹ ਕੰਮ ਬਹੁਤ ਸੁਖਾਲਾ ਹੋ ਜਾਣਾ, ਨਾ ਕਿ ਕੋਈ ਅਸੀਂ ਐਸ ਸੱਚ ਉਹਨਾਂ
ਦੀ ਡਾਇਰੈਕਟ ਹੈਲਪ ਕਰ ਸਕਦੇ ਹਾਂ ਕੋਈ ਸਪਾਂਸਰ ਲੱਭਣ 'ਚ। ਦੂਸਰਾ ਮੁੱਦਾ ਖੈਰ ਸਾਹਿਬ, ਕਿਸਾਨ ਭਰਾਵਾਂ ਨੇ ਸਵਾਲ ਦੇ ਨਾਲ ਥੋੜਾ ਸ਼ਿਕਵਾ ਪ੍ਰਗਟ ਕੀਤਾ ਕਿ ਪ੍ਰਿੰਸ ਐਡਵਰਡ ਆਈਲੈਂਡ ਤੋਂ ਅਸੀਂ ਬੰਦ ਕਰਤਾ ਪ੍ਰੋਗਰਾਮ, 4 ਹਫ਼ਤਿਆਂ ਤੋਂ ਅਸੀਂ ਪ੍ਰਿੰਸ ਐਡਵਰਡ ਆਈਲੈਂਡ ਨੂੰ ਪ੍ਰਮੋਟ ਨਹੀਂ ਕਰ ਰਹੇ। ਨਾਲੋਂ ਨਾਲ ਉਹਨਾਂ ਦਾ ਦੂਸਰਾ ਸਵਾਲ ਹੈ ਕਿ ਪ੍ਰਿੰਸ ਐਡਵਰਡ ਆਈਲੈਂਡ ਤੋਂ ਇਲਾਵਾ ਇੱਕ ਕਿਸਾਨ ਹੈ ਜਿਹੜਾ ਪੰਜਾਬ ਦਾ ਕਿਸਾਨ ਹੈ, ਉਹ ਕਿਵੇਂ ਪੱਕੇ ਤੌਰ ਤੇ ਜਾ ਸਕਦਾ ਕੈਨੇਡਾ ਵਿੱਚ? ਸੰਧੂ ਸਾਹਿਬ, ਯੂ ਆਰ ਰਾਈਟ ਕਿ ਬਹੁਤ ਸਾਰੇ ਸਾਨੂੰ ਵੀ ਇਸ ਤਰੀਕੇ ਦੀਆਂ ਕਾਲਸ ਨੇ ਜਿਹੜੀਆਂ ਆਉਂਦੀਆਂ ਨੇ, ਜਿੱਥੇ ਬਹੁਤ ਸਾਰੇ ਕਿਸਾਨ ਵੀਰ ਨੇ, ਖਾਸ ਕਰਕੇ ਮੈਂ ਕਹੂੰਗਾ ਕਿ ਇਸ ਖੇਤਰ ਨਾਲ ਜੁੜੇ ਹੋਏ ਜਿਹੜੇ ਪੜ੍ਹੇ ਹੋਏ ਲੋਕ ਨੇ, ਜਿਵੇਂ 12ਵੀਂ ਪੜ੍ਹੇ ਨੇ ਜਾਂ ਬੈਚਲਰਸ ਪੜ੍ਹੇ ਹੋਏ ਨੇ, ਅਤੇ ਬਹੁਤ ਵਾਰੀ ਲੋਕੀ ਇਨਵੈਸਟਮੈਂਟ ਹੈ ਜਿਹੜੀ ਉਹ ਕਰ ਨਹੀਂ ਸਕਦੇ ਹੁੰਦੇ। ਕੋਈ ਫਾਈਨੈਂਸ਼ੀਅਲ ਜ਼ਰੂਰਤਾਂ ਜਿਹੜੀਆਂ ਉਹਨਾਂ ਦੀਆਂ, ਉਹ ਉਹਨਾਂ ਨੂੰ ਮਜਬੂਰੀਆਂ ਨੇ ਜਿਹੜੀਆਂ ਉਹ ਅਲਾਉ ਨਹੀਂ ਕਰਦੀਆਂ। ਸੋ ਇਸ ਸਾਰੇ ਸਿਸਟਮ ਦੇ ਅੰਦਰ ਮੈਂ ਕਿਸਾਨ ਵੀਰਾਂ ਦੇ ਲਈ ਅੱਜ ਜਿਹੜੇ ਪ੍ਰੋਗਰਾਮ ਨੇ ਉਹ ਸ਼ੇਅਰ ਕਰਨਾ ਚਾਹੂੰਗਾ ਕਿ ਕਿਸ ਤਰੀਕੇ ਦੇ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਅਵੇਲੇਬਲ ਨੇ ਜੀ। ਸੋ ਜੇ ਕਿਸਾਨ ਐਗਰੀਕਲਚਰਿਸਟ ਨੂੰ ਅਸੀਂ ਡਿਵਾਈਡ ਕਰਦੇ ਹਾਂ ਤਾਂ 3 ਤਰੀਕੇ ਦੇ ਪ੍ਰੋਗਰਾਮ ਪਰਮਾਨੈਂਟ ਇਮੀਗ੍ਰੇਸ਼ਨ ਦੇ ਲਈ ਅਵੇਲੇਬਲ ਨੇ ਸਾਰੇ ਕਿਸਾਨ ਵੀਰਾਂ ਲਈ। ਸੋ ਸਭ ਤੋਂ ਪਹਿਲਾ ਜਿਹੜਾ ਪ੍ਰੋਗਰਾਮ ਅਵੇਲੇਬਲ ਹੈ ਉਹ ਫੈਡਰਲ ਇਮੀਗ੍ਰੇਸ਼ਨ ਦੇ ਅੰਦਰ, ਜਿਹੜਾ ਕਿ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਹੈ, ਉਹਦੇ ਅੰਦਰ ਸੈਲਫ ਇੰਪਲੋਇਡ ਕੈਟੇਗਰੀ ਹੈ ਇੱਕ। ਸੈਲਫ ਇੰਪਲੋਇਡ ਕੈਟੇਗਰੀ ਦੇ ਵਿੱਚ ਜੇ ਉਹ ਕਿਸਾਨ ਵੀਰ ਜਿਹਦੇ ਕੋਲੇ ਖੇਤੀਬਾੜੀ ਦਾ 2 ਸਾਲ ਦਾ ਤਜਰਬਾ ਹੈ ਅਤੇ ਉਹਦੇ ਕੋਲੇ ਕੋਈ ਨਾ ਕੋਈ ਐਸਾ ਪਲਾਨ ਹੈ ਕਿ ਉਹ ਐਗਰੀਕਲਚਰ ਦੇ ਵਿੱਚ ਜਾ ਕੇ ਆਪਣੀ ਜਿਹੜੀ ਡਿਵੈਲਪਮੈਂਟ ਕਰੇਗਾ ਅਤੇ ਉੱਥੇ ਜਾ ਕੇ ਕੁਛ ਨਾ ਕੁਛ ਪ੍ਰੋਗਰਾਮ ਨੂੰ, ਬਿਜ਼ਨਸ ਨੂੰ ਆਪਣੇ ਨੂੰ ਇਸਟੈਬਲਿਸ਼ ਕਰੇਗਾ, ਤਾਂ ਉਹ ਕਿਸਾਨ ਵੀਰ ਉਸ ਬਿਜ਼ਨਸ ਪਲਾਨ ਦੇ ਆਧਾਰ ਦੇ ਉੱਪਰ ਇਮੀਗ੍ਰੇਸ਼ਨ ਲੈ ਸਕਦੇ ਨੇ। ਇਹਦੇ ਵਿੱਚ ਕੋਈ IELTS ਦੀ ਰਿਕੁਆਇਰਮੈਂਟ ਨਹੀਂ ਹੈ, ਇਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਉਹ ਜਿਹੜਾ ਕੋਈ ਇਨਵੈਸਟਮੈਂਟ ਇਮੀਡੀਏਟਲੀ ਰਿਕੁਆਇਰਡ ਨਹੀਂ ਹੈ। ਅੱਛਾ, ਸਟਾਰਟਿੰਗ ਦੇ ਵਿੱਚ ਕੋਈ ਇਨਵੈਸਟਮੈਂਟ ਰਿਕੁਆਇਰਡ ਨਹੀਂ ਹੈ। ਇਸ ਦੀ ਇੱਕ ਹੀ ਖਾਮੀ ਹੈ ਸੰਧੂ ਸਾਹਿਬ ਕਿ ਇਸ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਥੋੜ੍ਹਾ ਜਿਹਾ ਲੰਬਾ ਹੈ। ਸੋ ਲੰਬੇ ਦੇ ਵਿੱਚ ਮੈਂ ਜੇ ਜ਼ਿਕਰ ਕਰਾਂ ਤਾਂ ਨਾਰਮਲੀ ਜਿਹੜੀਆਂ ਇੰਟਰਵਿਊਜ਼ ਸਕੈਜੂਲ ਹੁੰਦੀਆਂ ਨੇ ਇੰਡੀਅਨ ਫਾਰਮਰਸ ਦੇ ਲਈ, ਉਹ ਅਬਾਊਟ 3.5 ਸਾਲ ਤੋਂ ਲੈ ਕੇ 4.5 ਸਾਲ ਦਾ ਜਿਹੜਾ ਪੈਂਡ ਹੈ ਸਮੇਂ ਦਾ, ਉਹ ਇਸ ਐਪਲੀਕੇਸ਼ਨ ਨੂੰ ਡਿਸੀਜ਼ਨ ਇਹ ਐਪਲੀਕੇਸ਼ਨ ਪਾ ਕੇ ਤੁਸੀਂ ਆਰਾਮ ਨਾਲ ਵੇਟ ਕਰ ਸਕਦੇ ਹੋ। ਸੋ ਪਰ ਇਹ ਚੀਜ਼ ਬਹੁਤ ਚੀਜ਼ਾਂ ਰਿਕੁਆਇਰਮੈਂਟਾਂ ਤੋਂ ਤੁਹਾਨੂੰ ਨਿਜਾਤ ਮਿਲਦੀ ਹੈ, ਜਿਸ ਦੇ ਵਿੱਚ ਖਾਸ ਕਰਕੇ ਇੰਗਲਿਸ਼ ਲੈਂਗੁਏਜ ਟੈਸਟ ਹੈ ਉਹ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਕੋਈ ਐਸੀ ਇਨਵੈਸਟਮੈਂਟ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਵੇਰੇ ਪਹਿਲਾਂ ਇਨਵੈਸਟ ਕਰੋ ਫਿਰ ਇਮੀਗ੍ਰੇਸ਼ਨ ਫਾਈਲ ਕਰੋ। ਤਾਂ ਖੇਤੀਬਾੜੀ ਦਾ ਤਜਰਬਾ ਤੇ ਹੋਣਾ ਜ਼ਰੂਰੀ ਹੈ। ਜੇ ਐਜੂਕੇਸ਼ਨ ਨਹੀਂ ਵੀ ਹੈ ਤਾਂ ਵੀ ਤੁਸੀਂ ਇਸ ਪ੍ਰੋਗਰਾਮ ਐਜੂਕੇਸ਼ਨ ਤੋਂ ਬਿਨਾਂ ਵੀ ਹੈ। ਨੈਟਵਰਥ ਦਾ ਹੈ ਕੁਛ? ਕੋਈ ਨੈਟਵਰਥ ਰਿਕੁਆਇਰਡ ਨਹੀਂ ਹੈ। ਖੇਤੀ ਦਾ ਤਜਰਬਾ ਹੋਣਾ ਜ਼ਰੂਰੀ ਹੈ ਜੀ। ਅੱਛਾ, ਸਿਰਫ ਤਜਰਬਾ ਹੋਣਾ ਜ਼ਰੂਰੀ ਹੈ। ਜਿਹੜਾ ਖੈਰ ਸਰ ਪ੍ਰਪੋਜ਼ਲ ਦੇਣੀ ਹੈ ਤੁਸੀਂ, ਪ੍ਰੋਜੈਕਟ ਜਿਹੜਾ ਲਾਣਾ ਹੈਗਾ, ਉਹਦੇ ਉੱਪਰ ਮੰਨ ਲਓ ਤੁਸੀਂ 3 ਜਾਂ 4 ਸਾਲ ਬਾਅਦ ਵੀ ਖਰਚਣਾ ਹੈ, ਉਹ ਕਿਸ ਕਿਸਮ ਦੇ ਪ੍ਰੋਜੈਕਟ ਨੇ, ਕਿੰਨਾ ਉਹਨਾਂ ਦੇ ਉੱਪਰ ਅਸੀਂ ਇਨਵੈਸਟ ਕਰਨਾ ਹੈ? ਇਹ ਸੰਧੂ ਸਾਹਿਬ, ਜਦੋਂ ਆਪਾਂ ਇਸ ਕੇਸ ਨੂੰ ਬਖੂਬੀ ਤੌਰ ਤੇ ਦੇਖਦੇ ਹਾਂ ਕਿ ਇਸ ਪ੍ਰੋਗਰਾਮ ਦੇ ਅੰਦਰ ਲੋਕ ਜਦੋਂ ਫਾਈਲ ਕਰਦੇ ਨੇ, ਤਾਂ ਮੈਂ ਦਰਸ਼ਕਾਂ 'ਚ ਇਹ ਚੀਜ਼ ਜ਼ਰੂਰ ਸ਼ੇਅਰ ਕਰੂੰਗਾ ਕਿ ਚੈਲੰਜਸ ਆਫ ਸਕਸੈਸ ਕੀ ਨੇ ਇਸ ਕੇਸ ਦੇ। ਕਿਉਂਕਿ ਦੇਖਣ ਨੂੰ ਤਾਂ ਬਹੁਤ ਕੁਝ ਸਭ ਕੁਝ ਸੌਖਾ ਲੱਗ ਰਿਹਾ ਹੁੰਦਾ, ਪਰ ਜਦ ਤੁਸੀਂ ਇਸ ਕੇਸ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਦੇ ਹੋ ਤਾਂ ਫਾਈਲਿੰਗ ਤੋਂ ਬਾਅਦ ਚਾਂਸਿਸ ਕੀ ਨੇ ਕਿ ਤੁਸੀਂ ਕੇਸ ਨੂੰ ਆਪਣੇ ਨੂੰ ਸਕਸੈਸ ਕਰ ਸਕੋ। ਰਿਕੁਆਇਰਮੈਂਟਾਂ ਬਿਲਕੁਲ ਐਸ ਸੱਚ ਜਿੱਦਾਂ ਮੈਂ ਜ਼ਿਕਰ ਕਰੀਆਂ ਕੋਈ ਖਾਸ ਹੈ ਨਹੀਂ ਇਸ ਬਿਨਾਂ ਖੇਤੀਬਾੜੀ ਦੇ ਐਕਸਪੀਰੀਅੰਸ ਤੋਂ। ਸੋ ਇਸ ਕੇਸ ਦੇ ਅੰਦਰ ਜਦੋਂ ਅਸੀਂ ਸੈਲਫ ਇੰਪਲੋਇਡ ਫੈਡਰਲ ਪ੍ਰੋਗਰਾਮ ਨੂੰ ਰਨ ਕਰਦੇ ਹਾਂ ਤਾਂ 2 ਪਹਿਲੂ ਹੁੰਦੇ ਨੇ ਜੀ। ਪਹਿਲਾ ਤਾਂ ਪਹਿਲੂ ਆਫ ਅਸੈਸਮੈਂਟ ਹੈ ਕਿ ਤੁਹਾਡੇ ਕੋਲ ਤਜਰਬਾ ਹੈ ਜਿਸ ਵਿੱਚ ਖੇਤੀਬਾੜੀ ਤੁਸੀਂ ਕਰੀ ਹੈਗੀ ਹੈ। ਦੂਸਰਾ ਇਸ ਦੇ ਵਿੱਚ ਅਸੈਸਮੈਂਟ ਜਿਹੜੀ ਹੋਣੀ ਹੈ ਉਹ ਅਸੈਸਮੈਂਟ ਇਸ 'ਤੇ ਹੋਣੀ ਹੈ ਕਿ ਕੈਨੇਡਾ ਦੇ ਅੰਦਰ ਜਿਹੜਾ ਤੁਸੀਂ ਬਿਜ਼ਨਸ ਦਾ ਪ੍ਰਪੋਜ਼ਲ ਆਪਦਾ ਦੇ ਰਹੇ ਹੋ ਤਾਂ ਤੁਸੀਂ ਕਿੰਨੇ ਕੁ ਪ੍ਰਤਿਭਾ ਰੱਖਦੇ ਹੋ ਕਿ ਤੁਸੀਂ ਇਸ ਪ੍ਰੋਗਰਾਮ ਨੂੰ, ਇਸ ਬਿਜ਼ਨਸ ਪਲਾਨ ਨੂੰ ਇੰਪਲੀਮੈਂਟ ਕਰ ਸਕੋਗੇ, ਸਕਸੈਸਫੁਲ ਚਲਾ ਸਕੋਗੇ। ਸੋ ਇਹ ਇੰਪਲੀਮੈਂਟੇਸ਼ਨ ਜਦੋਂ ਗੱਲ ਆਉਂਦੀ ਹੈ ਤਾਂ ਜਦੋਂ ਇੰਟਰਵਿਊ ਦੇ ਵਿੱਚ ਇਸ ਪੜਾਅ ਦੇ ਉੱਪਰ ਜ਼ਿਕਰ ਹੋਣਾ ਤਾਂ ਸੰਧੂ ਸਾਹਿਬ ਉਹਨਾਂ ਨੇ ਕੈਨੇਡਾ ਦੀ ਖੇਤੀ ਦੇ ਬਾਰੇ ਬਹੁਤ ਗੱਲਾਂ ਕਰਨੀਆਂ ਨੇ। ਸੋ ਚੰਗੀ ਗੱਲ ਇਹ ਹੁੰਦੀ ਹੈ ਕਿ ਇੱਕ ਚੰਗਾ ਕੇਸ ਜੇ ਉਸ ਨੂੰ ਸਕਸੈਸ ਪਹੁੰਚਾਉਣੀ ਹੈ, ਜਿਸ ਦਿਨ ਉਹਨਾਂ ਨੇ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰੀ ਹੈ, ਤਾਂ ਅਸੀਂ ਬਹੁਤ ਸਾਰੇ ਆਪਣੇ ਕਲਾਇੰਟਸ ਨੂੰ ਰਿਕੁਐਸਟ ਕਰਦੇ ਹਾਂ ਵੀ ਉਹ ਆਪਣੇ ਆਪ ਨੂੰ ਇਨਰੋਲ ਕਰਨ ਖੇਤੀਬਾੜੀ ਦੇ ਕੈਨੇਡਾ ਦੇ ਵਿੱਚ ਕਿਸ ਪ੍ਰਕਾਰ ਨਾਲ ਹੁੰਦੀ ਹੈ। ਅਤੇ ਬਹੁਤ ਸਾਰੀ ਇੰਟਰਨੈਟ 'ਤੇ ਇਨਫੋਰਮੇਸ਼ਨ ਅਵੇਲੇਬਲ ਹੈ, ਬਹੁਤ ਸਾਰੇ ਮੈਗਜ਼ੀਨਸ ਅਵੇਲੇਬਲ ਨੇ ਜਿਹੜੇ ਉਹ ਪੜ੍ਹਨ ਤਾਂ ਕਿ ਉਹਨਾਂ ਨੂੰ ਆਈਡੀਆ ਹੋਵੇ ਕਿ ਕੈਨੇਡਾ 'ਚੋਂ ਖੇਤੀ ਕਿਸ ਪ੍ਰਕਾਰ ਕਰ ਸਕਣਗੇ। ਇਸ ਦੇ ਨਾਲ ਦੂਸਰੇ ਸਾਲ ਦੇ ਵਿੱਚ ਅਸੀਂ ਉਹਨਾਂ ਦੀ ਇੱਕ ਐਕਸਪਲੋਰੇਟਰੀ ਵਿਜ਼ਿਟ ਹੈ ਜਿਹੜੀ ਕੈਨੇਡਾ ਦੇ ਅੰਦਰ ਉਹ ਆਰਗੇਨਾਈਜ਼ ਕਰਦੇ ਹਾਂ, ਜਿੱਥੇ ਉਹਨਾਂ ਦੇ ਜਿਹੜੀਆਂ ਅਪੁਆਇੰਟਮੈਂਟਸ ਨੇ ਉਹ ਕੰਸਰਨਡ ਅਥਾਰਟੀ ਨਾਲ, ਮਿਨਿਸਟਰੀ ਨਾਲ ਬਣਾਈਆਂ ਜਾਂਦੀਆਂ ਨੇ। ਕਿਉਂਕਿ ਜਦੋਂ ਫਿਜ਼ੀਕਲ ਰੂਪ 'ਚ ਉਹ ਕਿਸਾਨ ਜਾ ਕੇ ਕੈਨੇਡਾ ਦੀ ਖੇਤੀ ਨੂੰ ਦੇਖਦਾ ਹੈ ਤਾਂ ਜਦੋਂ ਉਹਦੀ ਚੌਥੇ ਸਾਲ ਜਾਂ ਤੀਸਰੇ ਸਾਲ ਇੰਟਰਵਿਊ ਆਉਣੀ ਹੈ ਤਾਂ ਬਹੁਤ ਕੌਨਫੀਡੈਂਟ ਹੁੰਦਾ ਅਤੇ ਕੌਨਫੀਡੈਂਟਲੀ ਜਵਾਬ ਦਿੰਦਾ, ਤਾਂ ਫਿਰ ਇਹ ਕੇਸ 'ਤੇ ਸਕਸੈਸ ਹੋਣ ਦੇ ਚਾਂਸਿਸ ਨੇ ਜਿਹੜੇ ਬਹੁਤ ਵੱਧ ਜਾਂਦੇ ਆ। ਸੋ ਜੇ ਸੰਧੂ ਸਾਹਿਬ ਇਹਦਾ ਮੁਲਾਂਕਣ ਕਰੀਏ ਤਾਂ ਇਹ ਕਹਿਣਾ ਕਿ ਇੱਕ ਆਮ ਸਧਾਰਨ ਕਿਸਾਨ ਜਿਹਦੇ ਕੋਲੇ
ਬਹੁਤ ਸਾਰੇ ਪੈਸੇ ਨਹੀਂ ਹੈਗੇ ਲਾਉਣ ਨੂੰ, ਤੇ ਉਹ ਸਿਰਫ ਇੱਕ ਸੀਮਿਤ ਰਕਮ ਦੇ ਨਾਲ ਤੇ ਘੱਟ ਐਜੂਕੇਸ਼ਨ ਹੈ, ਅੰਗਰੇਜ਼ੀ ਆਉਂਦੀ ਨਹੀਂ ਹੈ, ਤਾਂ ਫਿਰ ਵੀ ਉਹ ਕੈਨੇਡਾ 'ਚ ਜਾ ਕੇ ਖੇਤੀ ਕਰਨਾ ਚਾਹੁੰਦਾ। ਜੇ ਉਸ ਦੇ ਕੋਲੇ ਹੁਨਰ ਹੈ ਤਾਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ, ਤੇ ਉਹਦੇ ਕੋਲੇ ਸਮਾਂ ਹੈ ਵੇਟ ਕਰਨ ਦਾ। ਕਿਉਂਕਿ ਬਹੁਤ ਸਾਰੇ ਸਾਨੂੰ ਲੋਕ ਇਸ ਤਰੀਕੇ ਨਾਲ ਆਉਂਦੇ ਨੇ ਕਿ ਨਹੀਂ ਜੀ ਅਸੀਂ ਐਪਲੀਕੇਸ਼ਨ ਪ੍ਰੋਸੈਸ ਕਰਤੀ ਤੇ PR ਸਾਨੂੰ ਅਗਲੇ ਹਫਤੇ ਮਿਲ ਜਾਏਗੀ। ਸੋ ਇਹ ਸਾਰੇ ਮੈਂ ਦਰਸ਼ਕਾਂ ਨੂੰ ਰਿਕੁਐਸਟ ਕਰੂੰਗਾ ਕਿ ਉਹਨਾਂ ਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਜ਼ਰੂਰੀ ਹੈ ਕਿ ਹਰ ਇੱਕ ਐਪਲੀਕੇਸ਼ਨ ਨੇ ਆਪਣੇ ਸਮੇਂ ਮੁਤਾਬਕ ਖੁੱਲ੍ਹਣਾ। ਸੋ ਉਸ ਦੇ ਲਈ ਵੇਟ ਕਰਕੇ ਪ੍ਰੋਸੈਸ ਦਾ ਜਿਹੜਾ ਹੈਗਾ ਉਹ 'ਤੇ ਕੇਸ 'ਤੇ ਜ਼ਰੂਰ ਕੰਮ ਕਰਨਾ ਚਾਹੀਦਾ, ਉਸ ਸਮੇਂ ਦਾ ਉਪਯੋਗ ਕਰਨਾ ਚਾਹੀਦਾ ਕਿ ਐਪਲੀਕੇਸ਼ਨ ਦਾ ਸਕਸੈਸ ਹੈ ਜਿਹੜਾ ਉਹ ਸਾਨੂੰ ਮਿਲੇ। ਕਿਹੜਾ ਸਭ ਪੁਆਇੰਟ ਬੇਸ ਸਿਸਟਮ ਹੈ, ਕੀ ਹੈ ਇਹ? ਸੰਧੂ ਸਾਹਿਬ, ਇਸ ਦੇ ਵਿੱਚ ਪੁਆਇੰਟ ਨੋ ਡਾਊਟ ਇਨਵੋਲਵ ਹੁੰਦੇ ਆ, ਜਿੱਥੇ ਐਪਲੀਕੈਂਟ ਨੇ 40 ਪੁਆਇੰਟ ਸਕੋਰ ਕਰਨੇ ਆ। ਸੋ ਇਸ ਪੁਆਇੰਟ ਸਿਸਟਮ ਇੰਨਾ ਸੁਖਾਲਾ ਹੁੰਦਾ ਹੈ, ਜੇ ਕਿਸੇ ਕੋਲੇ ਖੇਤੀਬਾੜੀ ਦਾ 5 ਸਾਲ ਤੋਂ ਜ਼ਿਆਦਾ ਦਾ ਤਜਰਬਾ, ਉਹ ਵੈਸੇ ਹੀ ਉਸ ਨੂੰ ਇੰਨੇ ਪੁਆਇੰਟ ਨੇ ਜਿਹੜੇ ਮਿਲ ਜਾਂਦੇ ਨੇ ਤਾਂ ਕੁਆਲੀਫਾਈ ਕਰ ਜਾਂਦਾ। ਜਿਵੇਂ ਬਾਕੀ ਦੀਆਂ ਆਪਾਂ ਫੈਡਰਲ ਸਕਿਲਡ ਵਰਕਰ ਦੇਖਦੇ ਹਾਂ ਜਾਂ ਟ੍ਰੇਡ ਦੇਖਦੇ ਹਾਂ, ਜਿਹੜੇ ਬਾਕੀ ਦੀਆਂ ਕੈਟਾਗਰੀਆਂ ਇਨਵੈਸਟਮੈਂਟ ਤੋਂ ਇਲਾਵਾ ਫਾਰਮਰਸ ਤੋਂ ਇਲਾਵਾ, ਉਹਨਾਂ ਦੇ ਵਿੱਚ ਜਿਉਂ-ਜਿਉਂ ਏਜ ਵਧਦੀ ਹੈ ਤਿਉਂ ਨੰਬਰ ਘਟੀ ਜਾਂਦੇ ਨੇ। ਸੋ ਇਹ ਏਜ ਫੈਕਟਰ ਕਿੰਨਾ? ਨਹੀਂ, ਇਸ ਦੇ ਵਿੱਚ ਕੋਈ ਐਸ ਸੱਚ ਨੋ ਡਾਊਟ ਪੁਆਇੰਟ ਦੇ ਅੰਦਰ ਐਜੂਕੇਸ਼ਨ, ਏਜ, ਲੈਂਗੁਏਜ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਵਰਕ ਐਕਸਪੀਰੀਅੰਸ ਆਉਂਦਾ, ਪਰ ਕਿਉਂਕਿ ਪੁਆਇੰਟਾਂ ਕੁਆਲੀਫਾਈਂਗ ਪੁਆਇੰਟਸ ਨੇ ਜਿਹੜੇ ਉਹ ਬਹੁਤ ਘੱਟ ਚਾਹੀਦੇ ਹੁੰਦੇ ਨੇ। ਸੋ ਜੇ ਉਹ ਤੁਸੀਂ ਕਈ ਸਾਲਾਂ ਦਾ ਤੁਹਾਡੇ ਕੋਲ ਤਜਰਬਾ ਹੈ ਤੇ ਐਜੂਕੇਸ਼ਨ ਕੋਈ ਨਹੀਂ ਹੈ, ਏਜ ਵੀ ਤੁਹਾਡੀ 60 ਸਾਲ ਦੀ ਹੈ ਤੇ ਅੰਗਰੇਜ਼ੀ ਵੀ ਕੋਈ ਨਹੀਂ ਆਉਂਦੀ ਤੇ ਪੜ੍ਹਾਈ ਲਿਖਾਈ ਕੋਈ ਨਹੀਂ ਹੈ, ਤਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੋ। 40 ਪੁਆਇੰਟ ਸਕੋਰ ਕਰਨੇ ਕੋਈ ਡਿਫਿਕਲਟ ਹੁੰਦੇ ਨਹੀਂ ਹੈ ਸਾਹਿਬ। ਸੋ ਇਹ ਓਵਰਆਲ ਇਸ ਦੇ ਵਿੱਚ ਮੈਂ ਜੇ ਕਿਸਾਨਾਂ ਨੂੰ ਅਸੈਸ ਕਰਨ ਲੱਗਾ ਪੰਜਾਬ ਦਿਆਂ ਨੂੰ, ਤਾਂ ਨੋਰਮਲੀ ਮੈਂ ਦੇਖਿਆ ਕਿ 90% ਕਿਸਾਨ ਕੁਆਲੀਫਾਈ ਕਰਦਾ। ਅੱਛਾ, ਪਰ ਅਗੇਨ ਇਸ ਦੇ ਵਿੱਚ ਸੰਧੂ ਸਾਹਿਬ ਕੁਆਲੀਫਾਈ ਕਰਨਾ, ਮੈਨੂੰ ਲੱਗਦਾ ਇਹਦੇ ਵਿੱਚ, ਮੈਂ ਸੌਰੀ ਤੁਹਾਨੂੰ ਰੋਕ ਰਿਹਾ, ਇੰਟਰਪਟ ਕਰ ਰਿਹਾ, ਕਿ ਕਿਸਾਨ ਤਾਂ ਕੁਆਲੀਫਾਈ ਕਰਦਾ, ਬਟ ਜਿਹੜਾ ਤੁਹਾਡਾ ਕੰਸਲਟੈਂਟਸ ਹੈ ਉਹਦਾ ਮੇਰੇ ਖਿਆਲ ਬਹੁਤ ਵੱਡਾ ਰੋਲ ਹੈ, ਕਿਉਂਕਿ ਪ੍ਰਪੋਜ਼ਲ ਨਹੀਂ ਤਾਂ ਤੁਹਾਨੂੰ ਸਕਸੈਸ ਹੋਣਾ ਬਹੁਤ ਵੱਡਾ। ਸੰਧੂ ਸਾਹਿਬ, ਜਿਸ ਬੰਦੇ ਨੂੰ ਇਸ ਪ੍ਰੋਗਰਾਮ ਦੇ ਉੱਪਰ ਜਾਣਕਾਰੀ ਹੈ ਤਾਂ ਉਹਨਾਂ ਦੀ ਜਿਹੜਾ ਬਿਜ਼ਨਸ ਪ੍ਰਪੋਜ਼ਲ ਹੈ ਜੋ ਉਹਨਾਂ ਦੇ ਨਾਲ ਡਰਾਫਟ ਹੋਣਾ ਹੈ, ਤਾਂ ਉਹ ਬਹੁਤ ਚੰਗੇ ਤਰੀਕੇ ਨਾਲ ਲੱਗਿਆ ਹੋਣਾ ਚਾਹੀਦਾ। ਮੈਂ ਇਸ ਦੇ ਵਿੱਚ ਇੱਕ ਐਗਜ਼ਾਮਪਲ ਸ਼ੇਅਰ ਕਰਨਾ ਚਾਹੂੰਗਾ ਸੰਧੂ ਸਾਹਿਬ। ਹੁੰਦਾ ਕੀ ਹੈ ਕਿ ਆਪਣੇ ਕਿਸਾਨ ਬਹੁਤੇ ਜਿਹੜੇ ਹੈਗੇ ਆ ਉਹ ਗ੍ਰੇਨ ਫਾਰਮਿੰਗ ਕਰਦੇ ਆ, ਉਹ ਝੋਨਾ ਜਾਂ ਕਣਕ ਦੀ ਖੇਤੀ ਹੈ ਜਿਹੜੀ ਉਹ ਰਵਾਇਤੀ ਫਸਲ ਹੈ। ਹੁਣ ਜਿਹੜਾ ਉਹਨਾਂ ਦੇ ਕੋਲੇ ਇਸ ਚੀਜ਼ ਦਾ ਤਜਰਬਾ ਹੈ ਤਾਂ ਕੈਨੇਡਾ ਦੇ ਅੰਦਰ ਤਾਂ ਸਿਰਫ ਇੱਕ ਕਣਕ ਹੀ ਲੱਗਦੀ ਹੈ। ਜੇ ਤੁਸੀਂ ਕਣਕ ਦੀ ਖੇਤੀ ਕਰਦੇ ਹੋ ਤਾਂ ਕੈਨੇਡਾ ਦੇ ਅੰਦਰ ਜਿਹੜਾ ਬਿਜ਼ਨਸ ਪ੍ਰਪੋਜ਼ਲ ਤੁਸੀਂ ਦੇ ਰਹੇ ਹੋ, ਤੇ ਜੇ ਉੱਥੇ ਤੁਸੀਂ ਇਹ ਦੱਸਦੇ ਹੋ ਕਿ ਅਸੀਂ ਜੀ 50 ਏਕੜਾਂ ਦੇ ਉੱਪਰ ਕਣਕ ਦੀ ਖੇਤੀ ਕਰਾਂਗੇ, ਤਾਂ ਕੀ 50 ਏਕੜਾਂ ਦੇ ਉੱਪਰ ਤੁਹਾਡਾ ਬਿਜ਼ਨਸ ਪ੍ਰੋਜੈਕਟ ਵਾਇਬਲ ਹੈ? ਸੋ ਉਹ ਕੁਐਸਚਨ ਬਹੁਤ ਬੜਾ ਆ ਜਾਂਦਾ ਹੈ। ਜਦੋਂ ਵਾਇਬਿਲਿਟੀ ਦੀ ਅਸੀਂ ਗੱਲ ਦੇਖਦੇ ਹਾਂ ਤਾਂ ਸੰਧੂ ਸਾਹਿਬ ਉੱਥੇ ਮਸ਼ੀਨਰੀ ਬਹੁਤ ਮਹਿੰਗੀ ਹੈ ਕੈਨੇਡਾ ਦੇ ਅੰਦਰ, ਤਾਂ ਕਈ ਵਾਰੀ ਤਾਂ ਉਹ 50 ਏਕੜਾਂ ਦੇ ਉੱਪਰ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਮਸ਼ੀਨਰੀ ਦੀਆਂ ਕਿਸ਼ਤਾਂ ਵੀ ਨਹੀਂ ਅਫੋਰਡ ਕਰਦੀ। ਸੋ ਜੇ ਤੁਸੀਂ ਮਸ਼ੀਨਰੀ ਬਾਏ ਨਹੀਂ ਕਰ ਰਹੇ ਤਾਂ ਲੀਜ਼ ਦਾ ਕੀ ਪ੍ਰਬੰਧ ਕਰਿਆ? ਸੋ ਤੁਹਾਡੇ ਕੋਲ ਇੱਕ ਵਾਇਬਲ ਆਨਸਰਸ ਹੋਣੇ ਚਾਹੀਦੇ ਨੇ। ਸੋ ਕੰਸਲਟੈਂਟ ਜਾਂ ਬਿਜ਼ਨਸ ਕੰਸਲਟੈਂਟ ਜਿਹਨੇ ਉਹ ਬਿਜ਼ਨਸ ਪਲਾਨ ਦੇਣਾ, ਉਹਦੀ ਕਾਫੀ ਅਹਿਮ ਰੋਲ ਹੁੰਦਾ ਕਿ ਉਹ ਸਹੀ ਇੱਕ ਬਿਜ਼ਨਸ ਪ੍ਰਪੋਜ਼ਲ ਦੇਵੇ ਜੋ ਕਿਸਾਨ ਉਸ ਨੂੰ ਬਖੂਬੀ ਤੌਰ 'ਤੇ ਇੰਪਲੀਮੈਂਟ ਕਰ ਸਕੇ ਜੀ। ਸੋ ਤਾਂ ਕਿ ਸਕਸੈਸ ਮਿਲੇ। ਤੀਸਰਾ ਇਸ ਦੇ ਵਿੱਚ ਪਹਿਲੂ ਸੰਧੂ ਸਾਹਿਬ ਇਹ ਬਹੁਤ ਇੰਪੋਰਟੈਂਟ ਹੁੰਦਾ ਕਿ ਜਿਹੜਾ ਕਿਸਾਨ ਅਪਲਾਈ ਕਰ ਰਿਹਾ ਹੈ, ਉਹ ਕਿਸਾਨ ਇਹ ਨਾ ਸਮਝੇ ਕਿ ਮੈਂ 3 ਸਾਲ ਘਰ ਹੱਥ 'ਤੇ ਹੱਥ ਰੱਖ ਕੇ ਬੈਠਾਂਗਾ, ਇੰਟਰਵਿਊ ਆਊਗੀ ਉਦੋਂ ਮੈਂ ਆਨਸਰ ਦੇ ਦਾਂਗਾ, ਉਹ ਫਿਰ ਕੇਸ ਫੇਲ ਹੋਣ ਵੱਲ ਵੱਧ ਜਾਂਦਾ ਹੈ। ਉਹ ਇਸ ਪੜਾਅ ਦੇ ਲਈ ਕੰਮ ਕਰੇ ਕਿ ਜਿਹੜਾ ਕੈਨੇਡਾ ਦੇ ਅੰਦਰ ਜਾ ਕੇ ਉਹਨਾਂ ਨੇ ਬਿਜ਼ਨਸ ਪਲਾਨ ਨੂੰ ਇੰਪਲੀਮੈਂਟ ਕਰਨਾ ਹੈ, ਉਸ ਦੀ ਜਾਣਕਾਰੀ ਉਹਨਾਂ ਕੋਲੇ ਭਰਪੂਰ ਹੋਣੀ ਚਾਹੀਦੀ ਹੈ ਕਿ ਜੋ ਉਹ ਇੰਡੀਆ ਦੇ ਵਿੱਚ ਕੰਮ ਕਰਦੇ ਨੇ ਉਹਦੀ ਜਾਣਕਾਰੀ ਤਾਂ ਉਹਨਾਂ ਕੋਲੇ ਐਸ ਸੱਚ ਹੈ ਹੀ ਹੈ। ਇੰਟਰਵਿਊ ਦੇ ਵਿੱਚ ਕੈਨੇਡਾ ਦਾ ਪਾਰਟ ਹੈ ਜਿਹੜਾ ਉਹ ਡਿਸਕਸ਼ਨ ਦੇ ਵਿੱਚ ਆਉਣਾ ਹੈ, ਤੇ ਜੇ ਉਹਨਾਂ ਦੇ ਆਨਸਰ ਖੂਬ ਚੰਗੇ ਤਰੀਕੇ ਨਾਲ ਮਿਲਦੇ ਨੇ, ਠੀਕ ਰਿਸਰਚ ਕਰੀ ਹੈ, ਤੇ ਮੈਂ ਕਹੂੰਗਾ ਕਿ ਸੰਧੂ ਸਾਹਿਬ ਬਹੁਤ ਹੀ ਘੱਟ ਫੀਸ ਦੇ ਅੰਦਰ ਇਹ ਕਿਸਾਨ ਪਰਿਵਾਰ ਦੇ ਨਾਲ ਪੱਕੇ ਤੌਰ 'ਤੇ ਕੈਨੇਡਾ ਦੇ ਵਿੱਚ ਸੈਟਲ ਹੋਣ 'ਚ ਕਾਮਯਾਬ ਹੋ ਜਾਂਦੇ ਨੇ। ਅੱਛਾ, ਜਿੰਨੀ ਆਪਾਂ ਡਿਸਕਸ਼ਨ ਕੀਤੀ ਇਹਦੇ ਵਿੱਚ ਜਿਹੜੇ ਸਾਰੇ ਕਿਸਾਨ ਇੱਕੋ ਸਵਾਲ ਸੋਚ ਰਹੇ ਹੋਣਗੇ ਕਿ ਸਾਰੀਆਂ ਚੀਜ਼ਾਂ ਮਾਫ ਨੇ, ਆਇਲਸ ਦੀ ਕੋਈ ਪ੍ਰੋਬਲਮ ਨਹੀਂ ਹੈ, ਲੈਂਗੁਏਜ ਦੀ ਜਿਹੜੀ ਹੈਗੀ ਉਹ ਤਾਂ ਆਇਲਸ ਹੀ ਆ ਗਿਆ, ਉਸ ਦੇ ਨਾਲ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੋਈ ਮੈਟਰ ਨਹੀਂ ਕਰ ਰਹੀ, ਏਜ ਬੈਰੀਅਰ ਨਹੀਂ ਹੈਗਾ। ਬਟ ਜਦੋਂ ਅਸੀਂ 3 ਸਾਲ ਬਾਅਦ ਇਨ ਕੇਸ ਅਸੀਂ ਸਕਸੈਸ ਹੋ ਜਾਂਦੇ ਹਾਂ, ਸਾਨੂੰ ਵੀਜ਼ਾ ਜਿਹੜਾ ਹੈਗਾ ਮਿਲ ਜਾਂਦਾ ਹੈ, ਸਾਡੀ ਪ੍ਰਪੋਜ਼ਲ ਜਿਹੜੀ ਹੈਗੀ ਕਾਮਯਾਬ ਹੋ ਜਾਂਦੀ ਹੈ, ਕਿੰਨੀ ਕੁ ਅਮਾਊਂਟ ਸਾਨੂੰ ਉੱਥੇ ਇਨਵੈਸਟ ਕਰਨੀ ਪਏਗੀ? ਨਾ ਸੰਧੂ ਸਾਹਿਬ, ਇਸ ਦੇ ਵਿੱਚ ਵੀ ਜੋ ਕਾਨੂੰਨ ਦਾ ਪ੍ਰਾਵਧਾਨ ਹੈ ਉਹ ਕੀ ਗੱਲ ਕਰ ਰਿਹਾ ਕਿ ਤੁਹਾਡਾ ਇੰਟੈਂਟ ਹੋਣਾ ਚਾਹੀਦਾ। ਸੋ ਜਦੋਂ ਵਰਡ ਇੰਟੈਂਟ ਆ ਜਾਂਦਾ ਤਾਂ ਇੰਟੈਂਟ ਤੋਂ ਇਹ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਕਿ ਤੁਹਾਡੀ ਇੱਕ ਵਾਅਦਾ ਹੋਣਾ ਚਾਹੀਦਾ, ਪਰ ਉਸ ਦੇ ਉੱਪਰ ਕੋਈ ਚੈੱਕ ਨਹੀਂ ਹੈ, ਕਿ ਉਸ ਦੇ ਉੱਪਰ ਕੋਈ ਮੈਂਡੇਟਰੀ ਲਾਅ ਨਹੀਂ ਹੈ ਜਿਹੜਾ ਇਹ ਕਹਿੰਦਾ ਕਿ ਤੁਸੀਂ ਉੱਥੇ ਜਾ ਕੇ ਇਹ ਪੈਸੇ ਇੰਨੇ ਲਾਉਣੇ ਹੀ ਲਾਉਣੇ ਨੇ। ਸੋ ਐਸ ਸੱਚ ਉਹਨਾਂ ਦਾ ਬਿਜ਼ਨਸ ਪ੍ਰਪੋਜ਼ਲ ਸੀ, ਉਹਨਾਂ ਦਾ ਇੰਟੈਂਟ ਸੀ। ਸੋ ਫੋਰ ਐਗਜ਼ਾਮਪਲ ਇੱਥੋਂ ਗ੍ਰੇਨ ਫਾਰਮਿੰਗ ਕਹਿੰਦਾ ਕਿ ਜੀ ਮੈਂ 1000 ਏਕੜ ਦੇ ਉੱਪਰ
ਜਿਹੜਾ 2 ਲੱਖ ਜਾਂ 5 ਲੱਖ ਡਾਲਰ ਦਾ ਇਨਵੈਸਟਮੈਂਟ ਮੈਂ ਕਰੂੰਗਾ ਤੇ ਕੈਨੇਡਾ ਦੇ ਵਿੱਚ ਉਹ ਆਪਣਾ ਕੇਸ ਪਾਸ ਹੋ ਜਾਂਦਾ ਤੇ ਕੈਨੇਡਾ 'ਚ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਉਹ ਸੋਚਦੇ ਨੇ ਵੀ ਨਹੀਂ ਮੇਰੇ ਲਈ ਗ੍ਰੇਨ ਫਾਰਮਿੰਗ ਐਜ਼ ਸੱਚ ਵਾਇਬਲ ਨਹੀਂ ਹੈਗੀ ਹੈ ਤੇ ਮੈਂ ਕਿਉਂ ਨਾ ਗ੍ਰੀਨ ਹਾਊਸ ਕਰ ਲਾਂ ਜਾਂ ਮੈਂ ਕਿਉਂ ਨਾ ਪਹਿਲਾਂ 2 ਸਾਲ 4 ਸਾਲ 6 ਸਾਲ ਖੇਤੀਬਾੜੀ ਦੇ ਵਿੱਚ ਨੌਕਰੀ ਕਰਕੇ ਦੇਖ ਲਾਂ ਤੇ ਫਿਰ ਮੈਂ ਆਪਣਾ ਕਾਰੋਬਾਰ ਕਰਾਂ। ਉਹਦੇ ਲਈ ਇਹ ਸਾਰੀਆਂ ਆਪਸ਼ਨਸ ਓਪਨ ਹੁੰਦੀਆਂ ਨੇ ਜੀ। ਸੋ ਇਹ ਕੋਈ ਮੈਂਡੇਟਰੀ ਲਾਅ ਨਹੀਂ ਕਿ ਉਹਨਾਂ ਨੇ ਉਹ ਜਾਣਸਾਰ ਪੈਸੇ ਲਾਉਣੇ ਨੇ। ਜੋ ਨਹੀਂ ਵੀ ਪੈਸੇ ਲਾਉਂਦੇ ਪਰ ਇੰਟੈਂਟ ਹੈ ਪਰ ਉੱਥੇ ਜਾ ਕੇ ਉਹ ਪਹਿਲਾਂ ਨੌਕਰੀ ਦੇ ਐਕਸਪੀਰੀਅੰਸ ਕਰਦੇ ਨੇ ਆਪਣੀਆਂ ਅਰਨਿੰਗਸ ਕਮਾਈ ਕਰਦੇ ਨੇ ਫਿਰ ਉਹ ਤੋਂ ਬਾਅਦ ਪੈਸੇ ਲਾਉਂਦੇ ਨੇ। ਉਹ ਉਹਨਾਂ ਲਈ ਆਪਸ਼ਨ ਹੈ ਜਿਹੜੇ ਇਨਵੈਸਟ ਵੀ ਨਹੀਂ ਕਰਨਾ ਚਾਹੁੰਦੇ। ਬਿਲਕੁਲ ਆਪਸ਼ਨ ਹੈ ਜੀ ਕਿ ਉਹ ਜੌਬ ਤੇ ਜਾ ਸਕਦੇ। ਬਿਲਕੁਲ ਕਿਉਂਕਿ ਸੰਧੂ ਸਾਹਿਬ ਇਸ 'ਚ ਇੰਟੈਂਟ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਝੂਠ ਬੋਲੋ ਤੇ ਇਹ ਕਹੋ ਕਿ ਅਸੀਂ ਹਾਲੇ ਤਾਂ ਇੰਟੈਂਟ ਹੈ ਤੇ ਉੱਥੇ ਜਾ ਕੇ ਮੁੱਕਰ ਜੋ ਮੈਂ ਪੈਸੇ ਨਹੀਂ ਲਾਉਣੇ। ਪਰ ਪੈਸੇ ਲਾਉਣ ਦੇ ਵੀ ਸੰਧੂ ਸਾਹਿਬ ਕਈ ਤਰੀਕੇ ਹੁੰਦੇ ਨੇ ਕਿਉਂਕਿ ਇਮੀਗ੍ਰੇਸ਼ਨ ਦੀ ਕੋਈ ਐਸਾ ਚ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਪਹਿਲਾਂ ਪੈਸੇ ਲਾਉਣੇ ਨੇ ਫਿਰ ਅਸੀਂ ਤੁਹਾਨੂੰ ਇਹ 'ਚ ਅਸੈਸ ਕਰਨਾ। ਜੇ ਕੋਈ ਫਾਰਮਰ ਉੱਥੇ ਜਾਂਦਾ ਹੈ ਤਾਂ ਮੈਂ ਇਹ ਸੁਜੈਸਟ ਕਰਦਾ ਕਿ ਉਹ ਫਾਰਮਰ ਆਪਣੇ ਬਿਜ਼ਨਸ ਪਲਾਨ ਦੇ ਅੰਦਰ ਇਸ ਚੀਜ਼ ਨੂੰ ਜ਼ਰੂਰ ਇਨਕ੍ਰਿਪਟ ਕਰੇ ਕਿ ਮੈਂ ਉੱਥੇ ਜਾ ਕੇ ਪਹਿਲਾਂ 3 ਸਾਲ 4 ਸਾਲ ਨੌਕਰੀ ਕਰਨਾ ਚਾਹੂੰਗਾ ਇਸ ਏਰੀਆ ਦੇ ਵਿੱਚ ਜਿਸ ਦਾ ਉਹ ਬਿਜ਼ਨਸ ਪ੍ਰਪੋਜ਼ਲ ਦੇ ਰਿਹਾ ਹੈ। ਉਹਨਾਂ ਨੂੰ ਉਹ ਨੌਕਰੀ 2 ਫਾਇਦੇ ਦੇਗੀ। ਇੱਕ ਤਾਂ ਉਹ ਐਕਸਪੀਰੀਅੰਸ ਦੇਗੀ ਜੀ, ਦੂਸਰਾ ਉਹਨਾਂ ਨੂੰ ਪੈਸੇ ਅਰਨ ਹੋਣਗੇ, ਟਾਈਮ ਬਚੇਗਾ, ਤੀਸਰਾ ਉਹਨਾਂ ਨੂੰ ਕ੍ਰੈਡਿਟ ਬੈਂਕ ਤੋਂ ਮਿਲਣ ਦੇ ਚਾਂਸਸ ਉਨੇ ਹੀ ਵੱਧ ਜਾਣਗੇ ਕਿਉਂਕਿ ਉਹ ਕੈਨੇਡਾ ਦੇ ਵਿੱਚ ਪੁਰਾਣੇ ਹੋ ਕੇ ਉਹਨਾਂ ਦੀ ਕ੍ਰੈਡਿਟ ਹਿਸਟਰੀ ਬਣ ਗਈ। ਸੋ ਬੈਂਕ ਤੋਂ ਕਰਜ਼ਾ ਲੈ ਕੇ ਐਕਸਪੀਰੀਅੰਸ ਆਪਦਾ ਨਾਲ ਇਕੱਠਾ ਕਰਕੇ ਫਿਰ ਖੇਤੀਬਾੜੀ ਦੇ ਵਿੱਚ ਉਹ ਪੈਸਾ ਇਨਵੈਸਟ ਕਰਨ। ਇਸ ਦੇ ਨਾਲ ਉਹਨਾਂ ਨੂੰ ਇੰਡੀਆ ਤੋਂ ਕੋਈ ਆਪਦਾ ਪੈਸਾ ਲਿਜਾਣ ਦੀ ਜ਼ਰੂਰਤ ਪੈਣੀ ਨਹੀਂ ਜੀ। ਕਿਸਾਨਾਂ ਦੇ ਮਨ 'ਚ ਇੱਕ ਸਵਾਲ ਜ਼ਰੂਰ ਹੋਏਗਾ ਜੀ ਕਿ ਜਦੋਂ ਅਸੀਂ ਕੈਨੇਡਾ ਨੂੰ ਕਲਾਸੀਫਿਕੇਸ਼ਨ ਦੇ ਵਿੱਚ ਰੱਖਦੇ ਹਾਂ, ਸ਼੍ਰੇਣੀਆਂ ਦੇ ਵਿੱਚ ਵੰਡਦੇ ਹਾਂ ਤਾਂ ਮੇਰੇ ਖਿਆਲ 10-15 ਕਰੋੜ ਤੋਂ ਲੈ ਕੇ ਜਿਹੜੇ ਮਹਿੰਗੇ ਕਿੱਲੇ ਨੇ ਜਿਨ੍ਹਾਂ ਦੀ ਉਪਯੋਗ ਖੇਤੀ 'ਚ ਨਹੀਂ ਹੁੰਦਾ, ਵੈਸੇ ਜ਼ਮੀਨ ਹੈ ਉਹ 10-10 ਕਰੋੜ ਰੁਪਏ ਦੀ ਵੀ ਹੈਗੀ ਹੈ। ਬਟ ਜੇ ਉਹਨੂੰ ਅਸੀਂ ਸਧਾਰਨ ਸ਼ਬਦਾਂ ਦੇ ਵਿੱਚ ਸਿਰਫ ਖੇਤੀਬਾੜੀ ਦੇ ਉਪਯੋਗ ਲਈ ਜੋੜ ਲਈਏ ਤਾਂ ਸਸਤੀ ਤੋਂ ਸਸਤੀ ਜ਼ਮੀਨ ਕਿੰਨੀ ਮਿਲ ਸਕਦੀ ਜੀ? ਕੀ ਰੇਟ? ਜੇ ਅੱਜ ਮੈਂ ਜੇ ਕਿਸਾਨ ਕਹਿ ਰਿਹਾ ਕਿ ਜੀ ਮੈਂ ਬਾਕੀ ਖੇਤੀ ਲਈ ਸੀਰੀਅਸ ਖੇਤੀ ਗ੍ਰੇਨ ਫਾਰਮਿੰਗ ਕਰਨੀ ਚਾਹੂੰਗਾ ਤੇ ਮੈਂ ਕਹੂੰਗਾ ਕਿ ਸੰਧੂ ਸਾਹਿਬ 5,000 ਰੁਪਇਆ ਪਰ ਏਕੜ ਤੋਂ ਲੈ ਕੇ ਤਾਂ ਉਹ ਆਲਮੋਸਟ 40,000-30,000 ਰੁਪਇਆ ਏਕੜ ਤੱਕ ਹੈ। ਗ੍ਰੇਨ ਫਾਰਮਿੰਗ ਦੀ ਕੋਈ ਵੀ ਲੈਂਡ ਹੈ ਜਿਹੜਾ ਕਿਹੜਾ ਏਕੜ ਆਪਣਾ ਪ੍ਰਿੰਸ ਐਡਵਰਡ ਲੈਂਡ ਤੋਂ ਵੀ ਸਸਤੀ ਹੈ, ਬਹੁਤ ਸਸਤੀ ਜੀ। ਉੱਥੇ ਮੇਰੇ ਕੋਲ ਲੱਖ ਰੁਪਏ ਸਵਾ ਲੱਖ ਰੁਪਏ। ਇਹ ਅਲਬਰਟਾ, ਸਸਕੈਚੁਅਨ ਜਿਹੜੀਆਂ ਪ੍ਰੇਰੀਜ਼ ਵਾਲਾ ਏਰੀਆ ਜਿੱਥੇ ਗ੍ਰੇਨ ਹੁੰਦਾ, ਕਣਕ ਹੁੰਦੀ ਹੈ ਜਾਂ ਹੋਰ ਫਸਲਾਂ ਜਿਹੜੀਆਂ ਹੁੰਦੀਆਂ, ਦਾਲਾਂ ਬਹੁਤ ਹੁੰਦੀਆਂ ਨੇ, ਦਾਲਾਂ ਉੱਥੋਂ ਪੈਦਾ ਹੋ ਕੇ ਇੰਡੀਆ 'ਚ ਬਹੁਤ ਆਉਂਦੀਆਂ ਨੇ ਜੀ। ਸੋ ਜਿਹੜੀ ਉਹ ਲੈਂਡ ਹੈ ਸੰਧੂ ਸਾਹਿਬ ਉਹ 5,000 ਰੁਪਇਆ ਜਿਹੜਾ ਕਿ ਇੰਡੀਅਨ 5,000 ਰੁਪਇਆ ਏਕੜ ਤੋਂ ਲੈ ਕੇ ਇਹ 1 ਲੱਖ ਰੁਪਏ ਏਕੜ ਤੱਕ ਮੈਕਸੀਮਮ ਹੈ। ਸੋ ਡਿਪੈਂਡ ਕਰਦਾ ਖੇਤੀਬਾੜੀ ਵਾਸਤੇ, ਗ੍ਰੇਨ ਫਾਰਮਿੰਗ ਵਾਸਤੇ ਜਿਹੜੀ ਤੁਸੀਂ ਸ਼ਹਿਰ ਤੋਂ ਕਿੰਨੇ ਦੂਰ ਨੇੜੇ ਹੋ। ਸੋ ਲੈਂਡ ਉੱਥੇ ਮਹਿੰਗੀ ਨਹੀਂ ਹੈ ਜੀ, ਲੈਂਡ ਬਹੁਤ ਸਸਤੀ ਹੈ, ਇਨ ਅਬੰਡੈਂਸ ਹੈ। ਇਹ ਪ੍ਰੋਗਰਾਮ ਉਹਨਾਂ ਵੀਰਾਂ ਲਈ ਬਹੁਤ ਸਹਾਇ ਹੋ ਸਕਦਾ ਜਿਨ੍ਹਾਂ ਕੋਲੇ ਅੱਜ ਪੈਸਾ ਨਹੀਂ ਹੈ, ਅੱਜ ਉਹ ਪੈਸਾ ਨਹੀਂ ਲਾ ਸਕਦੇ ਪਰ ਕੈਨੇਡਾ 'ਚ ਇਸ ਕੇਸ ਦੇ ਉੱਪਰ ਆਪਣਾ ਧਿਆਨ ਨਾਲ ਕੰਮ ਕਰਨ। 4 ਸਾਲਾਂ 'ਚ ਆਪਣੀ ਜੇ ਇਮੀਗ੍ਰੇਸ਼ਨ ਨੂੰ ਸਕਸੈਸਫੁਲੀ ਉਹ ਪਾਸ ਕਰਦੇ ਨੇ ਤਾਂ ਉੱਥੇ ਜਾਣ, ਉੱਥੇ ਜਾ ਕੇ 2 ਸਾਲ ਜੌਬ ਕਰਨ ਐਂਡ ਉਹ ਆਪਣੇ ਪੈਸੇ ਬਚਾ ਕੇ ਫਿਰ ਇਸ ਖੇਤੀਬਾੜੀ ਵਾਲੇ ਪ੍ਰੋਗਰਾਮ 'ਚ ਕੈਨੇਡਾ ਤੋਂ ਹੀ ਪੈਸਾ ਰੇਜ਼ ਕਰਕੇ ਲੈ ਕੇ ਆਉਂਦੇ। ਜਿਵੇਂ ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ, ਸਾਨੂੰ ਸਰਕਾਰ ਚਾਹੇ ਉਹ ਕੋਈ ਵੀ ਆਵੇ, ਕਿਸੇ ਵੀ ਤਰ੍ਹਾਂ ਦੀ ਆਵੇ, ਉਹਦਾ ਫਿਰ ਵੀ ਕਿਸਾਨਾਂ ਦੇ ਵੱਲ ਜਾਂ ਕਿਸਾਨਾਂ ਦੇ ਹਿੱਤ ਦੀ ਉਹ ਹਮੇਸ਼ਾ ਗੱਲ ਕਰਦਾ, ਚਾਹੇ ਉਹ ਬਿਜਲੀ ਦੀ ਗੱਲ ਕਰੇ, ਰੇਹ ਖਾਦ ਦੀ ਗੱਲ ਕਰੇ, MRP ਦੀ ਗੱਲ ਕਰੇ, ਉਹ ਹਾਂ ਦਾ ਨਾਰਾ ਮਾਰਦਾ ਕਿਸਾਨ ਲਈ। ਸੋ ਜਿਹੜੀ ਕੈਨੇਡੀਅਨ ਸਰਕਾਰਾਂ ਨੇ ਜਾਂ ਪ੍ਰੋਵਿੰਸਸ ਨੇ ਉਹ ਕਿਵੇਂ ਲੈਂਦੇ ਕਿਸਾਨ? ਸੰਧੂ ਸਾਹਿਬ ਐਗਰੀਕਲਚਰ ਇੰਡਸਟਰੀ ਕੈਨੇਡਾ ਦੇ ਅੰਦਰ ਇੱਕ ਬਹੁਤ ਅਹਿਮ ਇੰਡਸਟਰੀ ਹੈ। ਇਹ ਚੀਜ਼ ਨੂੰ ਬਖੂਬੀ ਤੌਰ 'ਤੇ ਸਮਝਣ ਦੀ ਲੋੜ ਹੈ ਕਿ ਜਿਹੜਾ ਕਿਸਾਨ ਹੁੰਦਾ ਹੈ ਉਹਨੇ ਦੁਨੀਆ ਭਰ ਦੇ ਜਿਹੜੇ ਵਸਿੰਦੇ ਆ ਜੋ ਰਹਿੰਦੇ ਆ ਤਾਂ ਉਹਨਾਂ ਦਾ ਢਿੱਡ ਭਰਨ ਲਈ ਅਨਾਜ ਕਿਸਾਨ ਨੇ ਹੀ ਪੈਦਾ ਕਰਨਾ। ਤੇ ਕੈਨੇਡਾ ਦੇ ਅੰਦਰ ਅਨਫੋਰਚੂਨੇਟ ਪਾਰਟ ਹੈ ਕਿ ਕੈਨੇਡਾ ਦੇ ਅੰਦਰ ਇੰਨੇ ਕਿਸਾਨ ਨੇ ਜਿਹੜੇ ਉਹ ਅਵੇਲੇਬਲ ਨਹੀਂ ਹੈਗੇ, ਪਹਿਲਾ। ਦੂਜਾ ਜਿਹੜੀ ਉਹਨਾਂ ਦੇ ਕੋਲੇ ਮਸ਼ੀਨਰੀ ਹੈ, ਇਨਫਰਾਸਟ੍ਰਕਚਰ ਹੈ, ਉਹ ਬਹੁਤ ਸਟਰੋਂਗ ਹੈ। ਤੀਜਾ ਇੱਕ ਬਹੁਤ ਵੱਡਾ ਨੈਗੇਟਿਵ ਸਿਸਟਮ ਹੈ ਕੈਨੇਡਾ ਦੇ ਅੰਦਰ ਕਿ ਜਿਹੜੇ ਪਰਿਵਾਰ ਕਿਸਾਨੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਬੱਚੇ ਕਈ ਵਾਰੀ ਉਸ ਕਿੱਤੇ ਨੂੰ ਅਪਣਾਉਂਦੇ ਨਹੀਂ ਤੇ ਉਹ ਬੱਚੇ ਜਿਹੜੇ ਆ ਨੌਕਰੀਆਂ ਕਰਨ ਸ਼ਹਿਰਾਂ 'ਚ ਚਲੇ ਜਾਂਦੇ ਨੇ। ਸੋ ਉਸ ਤਰੀਕੇ ਦੇ ਨਾਲ ਇਸੇ ਕਰਕੇ ਜਿਹੜੇ ਇੰਡੀਆ ਤੋਂ ਮਾਈਗ੍ਰੇਟ ਕਰਦੇ ਨੇ ਜਾਂ ਹੋਰ ਕੰਟਰੀਆਂ ਤੋਂ ਮਾਈਗ੍ਰੇਟ ਕਰਦੇ ਨੇ ਤਾਂ ਉਹ ਐਗਰੀਕਲਚਰ ਸੈਕਟਰ ਨਾਲ ਜਾਂਦੇ ਨੇ। ਜਦੋਂ ਅਸੀਂ ਮੁਨਾਫੇ ਦੀ ਗੱਲ ਕਰਦੇ ਹਾਂ ਤਾਂ ਸੰਧੂ ਸਾਹਿਬ ਜਿਹੜੇ ਐਗਰੀਕਲਚਰ ਸੈਕਟਰ ਹੈ ਜੋ ਮੇਰਾ ਜ਼ਾਤੀ ਤਜਰਬਾ ਹੈ ਜਿਸ ਦੇ ਉੱਪਰ ਸਟੈਟਸ ਕੈਨੇਡਾ ਤੇ ਹੋਰ ਵੀ ਜਿਹੜੀਆਂ ਰਿਪੋਰਟਸ ਅਵੇਲੇਬਲ ਨੇ ਜਿੱਥੇ ਕਿਸਾਨੀ ਦੇ ਵਿੱਚ ਆਲਮੋਸਟ 10% ਦੀ ROI ਤੋਂ ਲੈ ਕੇ ਜਿਹੜੀ ਰਿਟਰਨ ਔਨ ਇਨਵੈਸਟਮੈਂਟ ਹੈ ਤੋਂ ਲੈ ਕੇ 30% ਤੱਕ ਵੀ ਰਿਟਰਨ ਔਨ ਇਨਵੈਸਟਮੈਂਟ ਹੈ। ਸੋ ਇੱਕ ਬਹੁਤ ਲਾਹੇਵੰਦ ਕਿੱਤਾ ਹੈ, ਐਸੈਟ ਬੇਸਡ ਕਿੱਤਾ ਹੈ ਤੇ ਸਰਕਾਰਾਂ, ਬੈਂਕ ਬਹੁਤ ਸਾਰੇ ਪੈਸੇ, ਸਬਸਿਡੀਜ਼ ਇਸ ਤਰੀਕੇ ਨਾਲ ਦਿੰਦੀਆਂ ਨੇ ਕਿ ਉਹ ਕਿਸਾਨ ਨੇ ਜਿਹੜੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਪਰ ਸਵਾਲ ਇਸ ਗੱਲ ਦਾ ਆ ਜਾਂਦਾ ਸੰਧੂ ਸਾਹਿਬ ਜਦੋਂ ਅਸੀਂ ਕਿਸੇ ਵੀ
ਕਿੱਤੇ ਦੇ ਅੰਦਰ ਜੰਪ ਮਾਰਦੇ ਹਾਂ, ਬਹੁਤ ਅਨਪ੍ਰੋਫੈਸ਼ਨਲ ਵੇ ਨਾਲ ਵਿਦਆਊਟ ਬਿਜ਼ਨਸ ਪਲਾਨ ਨੂੰ ਸੈਟਅਪ ਕਰੀਏ ਤਾਂ ਉੱਥੇ ਨੁਕਸਾਨ ਹੋਣਾ ਸੁਭਾਵਿਕ ਹੈ ਜੀ। ਸੋ ਸਾਡੀ ਕੰਪਨੀ ਦੇ ਅੰਦਰ ਜਦੋਂ ਵੀ ਕੋਈ ਕਲਾਇੰਟ ਆਉਂਦਾ ਤਾਂ ਬਹੁਤ ਹੀ ਸਿਸਟਮੈਟਿਕ ਵੇ ਦੇ ਨਾਲ ਅਸੀਂ ਜਿਹੜੇ ਬਿਜ਼ਨਸ ਪ੍ਰਪੋਜ਼ਲਸ ਨੇ ਉਹ ਡਿਵੈਲਪ ਹੁੰਦੇ ਨੇ, ਅਤੇ ਉਹ ਇਸ ਤਰੀਕੇ ਦੇ ਨਾਲ ਹੁੰਦੇ ਨੇ ਕਿ ਤੁਹਾਨੂੰ ਕਾਗਜ਼ਾਂ 'ਤੇ ਕਾਲੇ ਅੱਖਰ ਨਹੀਂ ਕਰਦੇ, ਜਿਸ ਦੇ ਨਾਲ ਅਸੀਂ ਨਾਲ ਜਿਹੜੀ ਉਹਨਾਂ ਦੀ ਜਿਹੜੀ ਇਸਟੈਬਲਿਸ਼ਮੈਂਟ ਦੇ ਵਿੱਚ ਵੀ ਸਹਾਈ ਹੁੰਦੇ ਹਾਂ, ਜਿੱਥੇ ਬੈਂਕ ਨੂੰ ਅਪਰੋਚ ਕਰਨਾ, ਸਰਕਾਰਾਂ ਨੂੰ ਅਪਰੋਚ ਕਰਨਾ, ਰੀਅਲ ਸਟੇਟ ਕੰਪਨੀਜ਼ ਨੂੰ ਅਪਰੋਚ ਕਰਨਾ, ਇੱਕ ਚੰਗੀ ਲੈਂਡ ਲੈ ਕੇ ਦੇਣਾ, ਇੱਕ ਕੰਪਨੀਜ਼ ਦੇ ਨਾਲ ਕੰਟਰੈਕਟ ਕਰਾਉਣੇ। ਹੁਣ ਇੱਥੇ ਤਾਂ ਆਪਾਂ MRP ਦੀ ਗੱਲ ਕਰਦੇ ਹਾਂ, ਸੰਧੂ ਸਾਹਿਬ ਉੱਥੇ ਵੀ MRP ਵਾਲਾ ਕੰਮ ਹੈ, ਪਰ MRP ਦਾ ਇੰਡਾਇਰੈਕਟਲੀ ਕੰਮ ਇਹ ਹੈ ਕਿ ਵੱਡੀਆਂ ਕਾਰਪੋਰੇਸ਼ਨਸ ਨੇ ਉਹ ਤੁਹਾਡੇ ਨਾਲ ਪਹਿਲਾਂ ਹੀ ਕੰਟਰੈਕਟ ਕਰ ਲੈਂਦੀਆਂ ਨੇ। ਸੋ ਤੁਹਾਨੂੰ ਇਹ ਗੱਲ ਦਾ ਵਰੀ ਨਹੀਂ ਹੁੰਦਾ ਕਿ ਮੇਰੀ ਫਸਲ ਵਿਕੂ ਤਾਂ ਵਿਕੂ ਕਿੱਥੇ। ਸੋ ਉਹ ਕੋਈ MSP ਦਾ ਕੋਈ ਰੋਲ ਨਹੀਂ, ਕੋਈ ਰੋਲ, ਕੰਟਰੈਕਟ ਹੋ ਹੀ ਜਾਣਾ। ਕੰਟਰੈਕਟ ਪਹਿਲਾਂ ਤੁਸੀਂ ਜਦੋਂ ਜ਼ਮੀਨ ਲੈਣੀ ਹੈ ਉਸ ਤੋਂ ਪਹਿਲਾਂ ਹੀ ਕੰਟਰੈਕਟ ਕਰ ਸਕਦੇ ਹੋ ਜੇ ਤੁਹਾਡਾ ਇੰਟੈਂਟ ਹੈ। ਸੋ ਬਹੁਤ ਸਿਸਟਮ ਇੱਕ ਲੇਡ ਆਊਟ ਹੈ। ਫਿਰ ਸਭ ਤੋਂ ਬੜੀ ਗੱਲ ਇੰਸ਼ੋਰੈਂਸ। ਸੰਧੂ ਸਾਹਿਬ ਮੈਨੂੰ ਖੈਰ ਨਿੰਦਣਾ ਤਾਂ ਨਹੀਂ ਚਾਹੀਦਾ, ਜੋ ਬੈਸਟ ਹੈ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਉਹ ਕਰ ਰਹੀ ਹੈ, ਪਰ ਮੈਂ ਇਹ ਦੇਖਿਆ ਕਿ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਜਿਵੇਂ ਕੈਨੇਡਾ, ਤਾਂ ਇੰਸ਼ੋਰੈਂਸ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਕਿਉਂਕਿ ਕਿਸਾਨੀ ਖੇਤਰ ਇੱਕ ਮਦਰ ਨੇਚਰ ਨਾਲ ਜੁੜਿਆ ਹੋਇਆ ਹੈ। ਇੱਕ ਕੁਦਰਤੀ ਆਫਤਾਂ ਦਾ ਕਿਸੇ ਦੇ ਉੱਪਰ ਕੋਈ ਕੰਟਰੋਲ ਨਹੀਂ। ਜਦੋਂ ਕਿਸਾਨ ਨੂੰ ਖੁੱਲੇ ਮੈਦਾਨ ਹੈ ਤੇ ਉਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਤਾਂ ਇੰਸ਼ੋਰੈਂਸ ਕੰਪਨੀਜ਼ ਬਹੁਤ ਐਕਟਿਵ ਰੋਲ ਪਲੇ ਕਰਦੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਹੈਲਪ ਕਰਦੀਆਂ ਕਿ ਕਿਸਾਨ ਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਰਹੇ। ਸੋ ਇਹ ਸਾਰੇ ਪ੍ਰੋਗਰਾਮ ਦੀ ਜਿਹੜੀ ਅੱਜ ਆਪਾਂ ਸੰਧੂ ਸਾਹਿਬ ਗੱਲ ਕਰੀ ਹੈ, ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਜੇ ਉਹਨਾਂ ਦਾ ਇੰਟਰਸਟ ਹੈ ਤੇ ਜੇ ਉਹ ਆਪਣੇ ਆਪ ਕਰੀਅਰ ਪਲਾਨ ਕਰਨਾ ਚਾਹੁੰਦੇ ਨੇ ਤਾਂ ਸਾਡੇ ਦਫ਼ਤਰ ਨੂੰ ਜ਼ਰੂਰ ਮਿਲਣ, ਇਸ ਪ੍ਰੋਗਰਾਮ ਦੇ ਉੱਪਰ ਆਪਣੀ ਅਸੈਸਮੈਂਟ ਕਰਵਾਉਣ। ਦੋ ਚੀਜ਼ਾਂ ਸਾਡੇ ਤੇ ਪ੍ਰੈਸ਼ਰ ਨਾ ਕ੍ਰੀਏਟ ਹੋਵੇ, ਕਿਉਂਕਿ ਇਹ ਗੱਲ ਦੀ ਕਲੈਰਿਟੀ ਜਿਹੜੀ ਹੈ ਇਸ ਮਾਧਿਅਮ ਰਾਹੀਂ ਮੈਂ ਕਰਨਾ ਚਾਹੂੰਗਾ ਕਿ ਇਸ ਦੇ ਵਿੱਚ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਉਹ ਜ਼ਰੂਰ ਲੰਬਾ ਪੈਂਦਾ ਹੈ। ਸੋ ਜੇ ਤੁਹਾਡੇ ਅੰਦਰ ਇਸ ਗੱਲ ਦਾ ਟਾਈਮ ਹੈ ਕਿ ਤੁਸੀਂ ਵੇਟ ਕਰ ਸਕਦੇ ਹੋ ਤਾਂ ਬਹੁਤ ਵਧੀਆ ਪਾਰਟ ਹੈ ਜੀ, ਇਹ ਪ੍ਰੋਗਰਾਮ ਚੰਗਾ ਪ੍ਰੋਗਰਾਮ ਹੈ। ਦੂਜਾ, ਇਸ ਟਾਈਮ ਫਰੇਮ ਦੇ ਅੰਦਰ ਸੰਧੂ ਸਾਹਿਬ ਉਹ ਆਪਣੀ ਇੰਟਰਵਿਊ ਦੇ ਲਈ ਤੇ ਬਿਜ਼ਨਸ ਪਲਾਨ ਨੂੰ ਸਕਸੈਸ ਕਰਨ ਲਈ ਤਿਆਰੀ ਕਰਨ। ਖੈਰ ਸਾਹਿਬ, ਕਿਸਮਾਂ ਦੀ ਗੱਲ ਕਰੀਏ ਜੇ ਥੋੜ੍ਹਾ ਜਿਹਾ 1 ਮਿੰਟ ਲੈਣਾ ਚਾਹੂੰਗਾ, ਕਿਸ ਕਿਸਮ ਦੀ ਖੇਤੀਬਾੜੀ ਦੇ ਵਿੱਚ ਕਿਸਾਨ, ਕਿਉਂਕਿ ਪੰਜਾਬ ਦਾ ਤੁਸੀਂ ਇੱਕ ਵਰਡ ਯੂਜ਼ ਕੀਤਾ ਪਹਿਲਾਂ ਵੀ ਕਿ ਰਵਾਇਤੀ ਖੇਤੀ ਅਸੀਂ ਕਰਦੇ ਹਾਂ ਕਣਕ ਜੀਰੀ, ਕਿਉਂਕਿ ਇਸ ਦੇ ਚੱਕਰ 'ਚੋਂ ਨਿਕਲਣ ਵਾਸਤੇ ਸਾਨੂੰ ਕੁਛ ਨਾ ਕੁਛ ਇੱਕ ਨਵਾਂ ਜਿਹੜਾ ਹੈਗਾ ਉਪਰਾਲਾ ਕਰਨਾ ਪਏਗਾ, ਤਜਰਬਾ ਕਰਨਾ ਪਏਗਾ। ਕੁਛ ਐਸਾ ਜੰਪ ਤਾਂ ਨਹੀਂ ਹੈ ਕਿ ਅਸੀਂ ਖੇਤੀਬਾੜੀ ਰਵਾਇਤੀ 'ਚੋਂ ਨਿਕਲ ਕੇ ਉੱਥੇ ਵਿੱਚ ਫਿੱਟ ਨਾ ਹੋ ਸਕੇ ਸਿਸਟਮ 'ਚੋਂ? ਕਿਸਮਾਂ ਕੀ ਨੇ ਫਸਲਾਂ ਦੀਆਂ? ਨਹੀਂ ਸੰਧੂ ਸਾਹਿਬ, ਇੱਦਾਂ ਨਹੀਂ ਹੁੰਦਾ। ਜੋ ਕੈਨੇਡਾ ਦੇ ਅੰਦਰ ਜਿਹੜੀ ਖੇਤੀਬਾੜੀ ਹੁੰਦੀ ਹੈ, ਹਰ ਤਰ੍ਹਾਂ ਦੀ ਖੇਤੀਬਾੜੀ ਉੱਥੇ ਅਵੇਲੇਬਲ ਹੈ। ਜੇ ਮੈਂ ਗੱਲ ਕਰਾਂ ਗ੍ਰੇਨ ਫਾਰਮਿੰਗ ਦੇ ਵਿੱਚ ਜੇ ਮੈਂ ਕਿਸਮਾਂ ਦੀ ਗੱਲ ਕਰਾਂ ਤਾਂ ਕਣਕ ਜਿਹੜੀ ਹੈ ਉਹ ਬਹੁਤ ਪੈਦਾਵਾਰ ਹੈ ਜਿਹੜੀ ਕਣਕ ਦੀ ਹੁੰਦੀ ਹੈ। ਮੱਕੀ ਵੀ ਹੈ, ਮੱਕੀ ਬਹੁਤ ਹੈ ਜੀ, ਅਤੇ ਉਹਦੇ ਨਾਲ ਦਾਲਾਂ ਨੇ, ਜਿੰਨੇ ਪ੍ਰਕਾਰ ਦੀਆਂ ਸੀਰੀਅਲਸ ਨੇ, ਦਾਲਾਂ ਨੇ, ਚਾਹੇ ਉਹ ਚਿੱਟੇ ਚਨੇ ਹੈ ਜਾਂ ਤੁਹਾਡੀ ਕੋਈ ਹੋਰ ਪਲਸਿਸ ਨੇ, ਉਹ ਸਾਰੀਆਂ ਉੱਥੇ ਪੈਦਾ ਹੁੰਦੀਆਂ ਨੇ। ਸੋਇਆਬੀਨ ਹੈ, ਅਤੇ ਤੁਸੀਂ ਹੈਰਾਨ ਹੋਵੋਗੇ ਕਿ ਕੈਨੇਡਾ ਆਲਮੋਸਟ ਫਸਟ ਜਾਂ ਸੈਕਿੰਡ ਲਾਰਜੈਸਟ ਐਕਸਪੋਰਟਰ ਹੈ ਦਾਲਾਂ ਦਾ ਟੂ ਇੰਡੀਆ। ਤਾਂ ਬਹੁਤ ਸਾਰੀ ਦਾਲ ਹੈ ਜਿਹੜੀ ਉੱਥੋਂ ਇੱਥੇ ਆਉਂਦੀ ਹੈ। ਤੋ ਇਸ ਦੇ ਨਾਲ ਇਹ ਗ੍ਰੇਨ ਕਨੋਲਾ ਬਹੁਤ ਹੈ। ਸੋ ਜਦੋਂ ਇਸ ਦੇ ਨਾਲ ਮੈਂ ਜ਼ਿਕਰ ਕਰੂੰਗਾ ਕਿ ਜੀ ਜਿਹੜੇ ਗ੍ਰੇਨ ਫਾਰਮਿੰਗ ਤੋਂ ਪਰਾਂ ਹੋ ਕੇ, ਸੋ ਜਿਹੜਾ ਆਪਣਾ ਰਵਾਇਤੀ ਕਿਸਾਨ ਹੈ ਉਹਨੂੰ ਗ੍ਰੇਨ ਫਾਰਮਿੰਗ ਦੇ ਵਿੱਚ ਤਾਂ ਐਡਜਸਟ ਹੋਣਾ ਬਹੁਤ ਹੀ ਸੌਖਾ ਹੈ। ਅਤੇ ਇਸ ਦੇ ਨਾਲ ਜਿਹੜੇ ਹਾਰਟੀਕਲਚਰ ਹੈ, ਜਿਹੜੇ ਲੋਕ ਆਪਣੇ ਕਿੰਨੂ ਦੀ ਬਾਗਬਾਨੀ ਦੇ ਨਾਲ ਸੰਬੰਧਿਤ ਨੇ, ਉਹ ਉੱਥੇ ਜਾ ਕੇ ਤੁਸੀਂ ਐਪਲ ਟਰੀਜ਼ ਨੇ, ਜਿੱਦਾਂ ਆਪਾਂ PA ਦੀ ਗੱਲ ਕਰੀ ਆ, ਉੱਥੇ ਉਹ ਜ਼ਮੀਨਾਂ ਵੀ ਅਵੇਲੇਬਲ ਨੇ, ਜਾਂ ਪੇਅਰਸ ਨੇ, ਜਾਂ ਹੋਰ ਫਰੂਟ ਫਾਰਮਿੰਗ ਹੈ, ਬਲੂਬੈਰੀ ਹੈ, ਉਸ ਦੇ ਵਿੱਚ ਜਾ ਸਕਦੇ ਨੇ। ਡੇਅਰੀ ਫਾਰਮਿੰਗ ਨਾਲ ਜਿਹੜੇ ਸੰਬੰਧਿਤ ਲੋਕ ਨੇ ਉਹ ਡੇਅਰੀ ਫਾਰਮਿੰਗ ਦੇ ਵਿੱਚ ਜਾ ਸਕਦੇ ਨੇ। ਦੋ ਕੋਟਾ ਬੇਸਡ ਹੈਗਾ, ਪਰ ਸਟਿਲ ਡੇਅਰੀ ਫਾਰਮਿੰਗ ਇਜ਼ ਆਲਸੋ ਕੁਆਇਟ ਜਿਹੜੀ ਪ੍ਰੋਫਿਟੇਬਲ ਹੈ। ਸੋ ਇਸ ਤਰੀਕੇ ਦੇ ਨਾਲ ਸੰਧੂ ਸਾਹਿਬ ਇਹ ਜਿੰਨੀਆਂ ਵੀ ਖੇਤੀਬਾੜੀ ਦੀਆਂ ਜੋ ਬੀ ਫਾਰਮਿੰਗ ਹੈ, ਤਾਂ ਜਿੰਨੀਆਂ ਵੀ ਇਹ ਖੇਤੀਬਾੜੀ ਦੀਆਂ ਮੈਂ ਪ੍ਰੋਗਰਾਮਸ ਦੀ ਗੱਲ ਕਰੀ ਹੈ, ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਸਰਕਾਰ ਪਲੇ ਕਰਦੀ ਹੈ। ਹੁੰਦਾ ਕੀ ਹੈ ਜੀ ਕਿ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਨੇ ਉਹਨਾਂ ਦਾ ਇੱਕ ਅਹਿਮ ਮੈਂਡੇਟ ਹੈ ਮਿਨਿਸਟਰੀ ਦਾ, ਜਿਸ ਦੇ ਵਿੱਚ ਇੱਕ ਜਿਹੜੇ ਖੇਤੀਬਾੜੀ ਆਫਿਸਰਸ ਨੇ ਉਸ ਏਰੀਆ 'ਚ ਨੋਮੀਨੇਟ ਕਰੇ ਜਾਂਦੇ ਨੇ। ਬਹੁਤ ਸਾਰੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ, ਉਹਨਾਂ ਦੇ ਆਫਿਸਰਸ ਨੋਮੀਨੇਟ ਕਰੇ ਜਾਂਦੇ ਨੇ। ਐਗਰੀਕਲਚਰ ਮਸ਼ੀਨਰੀਜ਼ ਜਿਹੜੀਆਂ ਕੰਪਨੀਆਂ ਵੇਚਦੀਆਂ ਉਹਨਾਂ ਦੇ ਆਫਿਸਰਸ ਨੇ। ਸੋ ਆਫਿਸ ਜਿੰਨੇ ਵੀ ਕਿਸਾਨ ਹੁੰਦੇ ਨੇ ਉਹਨਾਂ ਨੂੰ ਇੰਨੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ, ਇੰਨੀ ਸਹਾਇਤਾ ਅਵੇਲੇਬਲ ਹੁੰਦੀ ਹੈ ਸਰਕਾਰ ਤੋਂ ਲੈ ਕੇ ਪ੍ਰਾਈਵੇਟ ਅਦਾਰਿਆਂ ਤੋਂ ਲੈ ਕੇ, ਕਿ ਜੇ ਉਹ ਬਖੂਬੀ ਤੌਰ 'ਤੇ ਆਪਣੇ ਪ੍ਰੋਗਰਾਮਸ ਨੂੰ ਸਹੀ ਇੰਪਲੀਮੈਂਟ ਕਰਦੇ ਨੇ ਤੇ ਨੁਕਸਾਨ ਹੋਣ ਦਾ ਕੋਈ ਕਿਸੇ ਕਿਸਮ ਦੀ ਸਮਾਂ ਤਾਂ ਨਹੀਂ ਅਲਾਓ ਕਰ ਰਿਹਾ ਕਿ ਅਸੀਂ ਇੱਕ ਸਵਾਲ ਪੁੱਛੀਏ ਤੁਹਾਡੇ ਤੋਂ, ਪਰ ਪੁੱਛਣਾ ਬਹੁਤ ਇੰਪੋਰਟੈਂਟ ਹੈ। ਪਹਿਲਾ ਸਟੈਪ ਕੀ ਹੈ ਜੇ ਕੋਈ ਇਸ ਪ੍ਰੋਗਰਾਮ ਦੇ ਵਿੱਚ ਇਨਵੋਲਵ ਹੋ ਕੇ ਇਹਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦਾ ਹੈ? 3 ਸਾਲ ਦੀ ਵੇਟ ਕਰ ਸਕਦਾ ਹੈ? ਸਾਰੀਆਂ ਸ਼ਰਤਾਂ ਤਾਂ ਪੂਰੀਆਂ ਕਰਦਾ ਹੀ ਹੈ ਕਿਸਾਨ, ਜਿਹੜੀਆਂ ਤੁਸੀਂ ਦੱਸਿਆ, ਪੜ੍ਹਾਈ,
ਲੈਂਗੁਏਜ ਦਾ ਕੋਈ ਬੈਰੀਅਰ ਨਹੀਂ, ਇਨਵੈਸਟਮੈਂਟ, ਏਜ ਫੈਕਟਰ, ਇਸ ਕਰਕੇ 90% ਕਿਸਾਨ ਜਿਹੜੇ ਨੇ ਉਹ ਤਿਆਰ ਹੋਣਗੇ ਕਿ ਅਸੀਂ ਵੀ ਕੈਨੇਡਾ ਮੂਵ ਹੋਈਏ ਖੇਤੀ ਦੇ ਆਧਾਰ ਤੇ। ਪਹਿਲਾ ਸਟੈਪ ਕੀ ਹੈ, CWC ਕੀ ਕਰੇਗੀ ਉਹਨਾਂ ਲਈ? ਪਹਿਲਾ ਸਟੈਪ ਸਾਨੂੰ ਸਭ ਇਹ ਹੈ ਕਿ ਜਿੰਨੇ ਵੀ ਇਹ ਕਿਸਾਨ ਨੇ ਸਾਨੂੰ ਜੋ ਵੀ ਕਾਲ ਕਰ ਰਹੇ ਨੇ, ਚਾਹੇ ਉਹ ਪੜ੍ਹੇ ਲਿਖੇ ਨਹੀਂ ਹਨ ਜਾਂ ਇੰਗਲਿਸ਼ ਉਹਨਾਂ ਨੂੰ ਨਹੀਂ ਆਉਂਦੀ, ਤਾਂ ਖੇਤੀਬਾੜੀ ਦਾ ਉਹਨਾਂ ਕੋਲ ਤਜਰਬਾ ਹੈ, ਉਮਰ ਦਾ ਕੋਈ ਸਾਨੂੰ ਪ੍ਰੋਬਲਮ ਨਹੀਂ ਹੈ, ਤਾਂ ਉਹ ਸਾਨੂੰ ਸਭ ਤੋਂ ਪਹਿਲਾਂ ਕਾਲ ਕਰਨ, ਆਪਣੀ ਇੱਕ ਅਸੈਸਮੈਂਟ ਕਰਵਾਉਣ ਕਿ ਉਹ ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਆ। ਸੋ ਜਿਵੇਂ ਹੀ ਉਹ ਪ੍ਰੋਗਰਾਮ ਦੇ ਵਿੱਚ ਸਾਨੂੰ ਲੱਗਦਾ ਕਿ ਕੁਆਲੀਫਾਈ ਕਰਦੇ ਆ, ਫਿਰ ਵੀ ਸਟਾਰਟ ਦਾ ਪ੍ਰੋਸੈਸ। ਅਸੀਂ ਆਪਣੇ ਕੰਟਰੈਕਟ ਆਫ ਇੰਗੇਜਮੈਂਟ ਹੈ ਜਿਹੜਾ ਉਹ ਰਜਿਸਟਰ ਕਰਦੇ ਹਾਂ ਉਹਨਾਂ ਨੂੰ ਆਪਣੇ ਨਾਲ। ਉਸ ਤੋਂ ਬਾਅਦ ਇੱਕ ਸੈੱਟ ਆਫ ਡਾਕੂਮੈਂਟੇਸ਼ਨ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਹਾਂ। ਸੋ ਜਿਹੜੇ ਸੈੱਟ ਆਫ ਡਾਕੂਮੈਂਟੇਸ਼ਨ ਨੇ ਕੋਈ ਜ਼ਿਆਦਾ ਨਹੀਂ ਹੁੰਦੇ, ਜਿਹੜੀ ਪ੍ਰੂਵ ਕਰਨਾ ਹੁੰਦਾ ਕਿ ਜ਼ਮੀਨ ਦੇ ਕਿਸ ਤੇ ਖੇਤੀ ਕਰਦੇ ਆ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਸੰਧੂ ਸਾਹਿਬ ਜ਼ਮੀਨ ਉਹਨਾਂ ਦੇ ਨਾਂ ਤੇ ਹੋਵੇ, ਜੇ ਉਹਨਾਂ ਦੇ ਪਿਤਾ ਜੀ ਫਾਦਰ ਦੇ ਨਾਮ, ਕਿਸੇ ਦੇ ਵੀ ਨਾਂ ਤੇ ਹੈ, ਪਰ ਅਗਰ ਉਹ ਖੇਤੀ 'ਚ ਇਨਵੋਲਵ ਨੇ, ਚਾਹੇ ਉਹ ਠੇਕੇ ਤੇ ਕਰ ਰਹੇ ਨੇ, ਸੋ ਉਹਦੇ ਕਾਗਜ਼ ਸਾਨੂੰ ਉਹ ਦਿੰਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਬਿਜ਼ਨਸ ਪ੍ਰਪੋਜ਼ਲਸ ਡਿਵੈਲਪ ਕਰਦੇ ਹਾਂ। ਤਾਂ ਆਲਮੋਸਟ ਮਹੀਨੇ ਦੇ ਅੰਦਰ ਇਹ ਐਪਲੀਕੇਸ਼ਨ ਇਮੀਗ੍ਰੇਸ਼ਨ ਸੈਲਫ ਇੰਪਲਾਇਡ ਕੈਟਾਗਰੀ ਤੇ ਹੈ ਤਾਂ ਹਾਂਜੀ ਉਸ 'ਚ ਇਹ ਫਾਈਲ ਹੋ ਜਾਂਦੀ ਹੈ। ਸੋ ਦੈਨ ਉਸ ਤੋਂ ਬਾਅਦ ਉਹਦੇ ਜਿਹੜੇ ਫਾਈਲ ਨੰਬਰਸ ਨੇ ਉਹ ਸਾਨੂੰ ਮਿਲ ਜਾਂਦੇ ਨੇ, ਤਾਂ ਉੱਥੋਂ ਕੇਸ ਆਪਣਾ ਬਿਗਨ ਹੋ ਜਾਂਦਾ। ਲੌਕ ਇਨ ਡੇਟ ਦੇ ਅੰਦਰ ਅਸੀਂ ਚਲੇ ਜਾਂਦੇ ਹਾਂ। ਉਸ ਤੋਂ 3.5-4 ਸਾਲ ਦੇ ਵਿੱਚ ਜਿਹੜੀ ਇੰਟਰਵਿਊ ਆ ਨਾਰਮਲੀ ਉਹਨਾਂ ਦੀ ਸਕੈਜੂਲ ਹੁੰਦੀ ਹੈ ਐਜ਼ ਪਰ ਟੂਡੇ। ਸੋ ਉਸ ਟਾਈਮ ਫਰੇਮ ਦੇ ਅੰਦਰ ਫਿਰ ਅਸੀਂ ਜਿਹੜੇ ਉਹਨਾਂ ਦੇ ਫਰਦਰ ਪ੍ਰੋਸੈਸਿਸ ਨੇ, ਕਿਉਂਕਿ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਉਹਨਾਂ ਦੇ ਬਿਗਨ ਕਰਦੇ ਹਾਂ ਜਿੱਥੇ ਉਹਨਾਂ ਨੂੰ ਟ੍ਰੇਨਿੰਗਸ ਪ੍ਰੋਵਾਈਡ ਕਰਦੇ ਹਾਂ, ਪਲੱਸ ਉਹਨਾਂ ਦਾ ਦੂਸਰੇ ਸਾਲ ਦੇ ਅੰਦਰ ਐਕਸਪਲੋਰੇਟਰੀ ਵੀਜ਼ਾ ਲਈ ਐਪਲੀਕੇਸ਼ਨ ਪ੍ਰੋਸੈਸ ਕਰਦੇ ਹਾਂ ਜਿਹੜਾ ਵਿਜ਼ਿਟਰ ਵੀਜ਼ਾ ਹੈ। ਸੋ ਜੇ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਇਸ਼ੂ ਹੋ ਜਾਂਦਾ ਤਾਂ ਕਿਸਾਨ ਬਖੂਬੀ ਤੌਰ ਤੇ ਸਾਡੇ ਜਿਹੜੇ ਉਹ ਪ੍ਰੋਗਰਾਮ ਨੇ ਜਿਸ ਦੇ ਵਿੱਚ ਉਹ 10 ਦਿਨ ਜਾਂ 15 ਦਿਨਾਂ ਲਈ ਸਾਰੇ ਕੈਨੇਡਾ ਵਾਈਡ ਖੇਤੀਬਾੜੀ ਦੇ ਸਾਰੇ ਜਿਹੜੀ ਅਟੈਂਡੈਂਸ ਆ ਉਹ ਲਾਉਂਦੇ ਨੇ, ਉੱਥੇ ਉਹਨੂੰ ਘੁੰਮਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਦੀ ਨੌਲੇਜ ਜਿਹੜੀ ਹੁੰਦੀ ਹੈ ਜੀ। ਥੈਂਕ ਯੂ ਖੇਰਾ ਸਾਹਿਬ, ਬਹੁਤ ਮਿਹਰਬਾਨੀ। 25 ਤੋਂ ਜ਼ਿਆਦਾ ਤਰ੍ਹਾਂ ਦੇ ਪ੍ਰੋਗਰਾਮ CWC ਦੇ ਕੋਲ ਨੇ PR ਦੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਪ੍ਰੋਗਰਾਮ ਨੂੰ ਇੱਕ ਪ੍ਰੋਗਰਾਮ ਦਾ ਵਿਸ਼ਾ ਬਣਾਈਏ, ਉਸ ਤੋਂ ਬਾਅਦ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ। ਤੁਹਾਨੂੰ ਪ੍ਰੋਗਰਾਮ ਅੱਛਾ ਲੱਗਦਾ ਤੁਸੀਂ ਕੰਟੈਕਟ ਕਰਿਓ, ਉਹਦੇ ਬਾਰੇ ਵਧੇਰੇ ਜਾਣਕਾਰੀ ਜਿਹੜੀ ਹੈਗੀ ਲੈ ਸਕਦੇ ਹੋ। ਖੇਰਾ ਸਾਹਿਬ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ। ਉਮੀਦ ਕਰਾਂਗੇ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਲਾਹੇਵੰਦ ਹੋਊਗਾ। ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦੇ ਧੰਨਵਾਦ। ਸਤਿ ਸ਼੍ਰੀ ਅਕਾਲ।